ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵਹਿ, ਕੀਤੋ ਭਵਨ ਪੁਨੀਤ। ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵਹਿ, ਕੀਤੋ ਭਵਨ ਪੁਨੀਤ। ਖੁਬੜੀ ਕੁਥਾਏ, ਮਿੱਠੀ ਗਲਣ ਕੁਮੰਤਰੀਆ। ਨਾਨਕ ਸਈ ਉਬਰੇ, ਜਿਨਾ ਭਾਗ ਮਥਾਹੇ। ਖੁਬੜੀ ਕੁਥਾਏ, ਮਿੱਠੀ ਗਲਣ ਕੁਮੰਤਰੀਆ। ਨਾਨਕ ਸਈ ਉਬਰੇ, ਜਿਨਾ ਭਾਗ ਮਥਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਦੇ ਦੋ ਸ਼ਲੋਕ ਆਪ ਜੀ ਨੇ ਸਰਵਣ ਕੀਤੇ ਨੇ। ਆਓ ਕੱਲ ਤੋਂ ਚੱਲ ਰਹੀ ਵਿਚਾਰ ਨੂੰ ਅੱਗੇ ਆਪ ਜੀ ਦੇ ਸਨਮੁਖ ਬੇਨਤੀ ਕਰ ਸਕਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਨ, ਆਪ ਦਾਤਾਰ ਅੰਦਰ ਦਾ ਟਿਕਾ ਬਖਸ਼ ਦੇਣ। ਸਤਿਗੁਰੂ ਹਿਰਦੇ ਦੀ ਇਕਾਗਰਤਾ ਬਖਸ਼, ਆਪ ਵਿੱਚ ਵਰਤ ਕੇ ਵਿਚਾਰ ਕਰਾ ਲੈਣ। ਪਿਆਰ ਅਦਬ ਨਾਲ ਸਾਧ ਸੰਗਤ ਜੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਜ਼ੂਰ ਨੇ ਅੱਜ ਦੇ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਹੈ। ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ। ਨਾਮ ਧਿਆਇਨ ਸਾਜਨਾ, ਇਹਦੇ ਅਰਥ ਆਪਾਂ ਸਾਜਨਾ ਸ਼ਬਦ ਤੋਂ ਕਰਾਂਗੇ। ਜਿਨ੍ਹਾਂ ਗੁਰਮੁਖ ਰੂਹਾਂ ਨੇ, ਜਿਨ੍ਹਾਂ ਸੱਜਣ ਪੁਰਖਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਨਾਮ ਧਿਆਇਨ ਸਾਜਨਾ। ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਜਨਮ ਪਦਾਰਥ ਜੀਤ। ਉਹਨਾਂ ਨੇ ਆਪਣੇ ਜਨਮ ਰੂਪੀ ਪਦਾਰਥ ਨੂੰ ਜਿੱਤ ਲਿਆ ਹੈ। ਭਾਵ
कि ਉਹਨਾਂ ਦਾ ਇਸ ਜਨਮ ਵਿੱਚ ਆਉਣਾ ਸਫਲ ਹੋ ਗਿਆ। ਉਹ ਪੂਰਨ ਕਾਮਯਾਬੀ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਗਏ ਨੇ। ਜਿਨ੍ਹਾਂ ਨੇ ਨਾਮ ਧਿਆਇਆ ਹੈ ਉਹਨਾਂ ਸੱਜਣ ਪੁਰਸ਼ਾਂ ਨੇ ਸੱਚ ਆਪਣੇ ਜਨਮ ਨੂੰ ਜਿੱਤ ਲਿਆ ਹੈ। ਜਨਮ ਜਿੱਤਣ ਤੋਂ ਮੁਰਾਦ ਉਹ ਜਿਸ ਮਨੋਰਥ ਲਈ ਸੰਸਾਰ ਤੇ ਆਏ ਜਾਂ ਬੌਡੀ ਧਾਰਨ ਕੀਤੀ, ਸੱਚਮੁੱਚ ਉਸ ਮੰਜ਼ਿਲ ਤੱਕ ਉਹ ਪਹੁੰਚ ਗਏ। ਇਸ ਤੋਂ ਅਗਲਾ ਬਚਨ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਇਸ ਅਰਥ ਸੰਬੰਧੀ ਮੈਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਵਿਆਕਰਣਕ ਢੰਗ ਨਾਲ ਅਰਥ ਹੋਰ ਕੀਤੇ ਗਏ ਆ। ਸੰਪਰਦਾਈ ਅਰਥ ਜਿਹੜੇ ਨੇ ਉਹ ਪਿਛਲੇ ਸ਼ਲੋਕ ਦੀ ਲੜੀ ਨਾਲ ਜੋੜ ਕੇ ਕੀਤੇ ਗਏ ਤੇ ਢੁਕਦੇ ਵੀ ਨੇ। ਆਮ ਤੌਰ ਤੇ ਇਹ ਅਰਥ ਕੀਤੇ ਆ, ਨਾਨਕ ਧਰਮ ਐਸੇ ਚਵਹਿ। ਉਹ ਚਵਹਿ ਨੂੰ ਵਿਆਕਰਣ ਢੰਗ ਨਾਲ ਇਹ ਬਹੁਵਚਨ ਸ਼ਬਦ ਬਣਦਾ ਪਿਆ ਹੈ। ਆਪਨੇ ਦਰਸ਼ਨ ਵੀ ਕੀਤੇ ਉੱਪਰ ਇਸ ਬਚਨ ਦੇ, ਚੱਚਾ ਵਾਹ ਵਾਹ ਖਾਹੇ ਨੂੰ ਸਿਆਰੀ। ਉਹ ਕਹਿੰਦੇ ਨੇ ਬਹੁਵਚਨ ਕਿਰਿਆ ਹੈ, ਪਰ ਉੱਥੇ ਅਰਥ ਇਹ ਕੀਤੇ ਗਏ ਜੀ ਕਿ ਅਸਲ 'ਚ ਉਹਨਾਂ ਨੇ ਧਰਮ ਨੂੰ ਚਵਹਿ ਦਾ ਅਰਥ ਬੋਲਿਆ। ਇਹਦੇ ਭਾਵ ਅਰਥ ਕੀਤੇ ਗਏ, ਉਹਨਾਂ ਨਾਮ ਬੋਲਿਆ। ਕੀਤੋ ਭਵਨ ਪੁਨੀਤ, ਉਹਨਾਂ ਨੇ ਸੰਸਾਰ ਰੂਪੀ ਭਵਨ ਨੂੰ ਪਵਿੱਤਰ ਕਰ ਦਿੱਤਾ। ਇਹ ਅਰਥ ਕੀਤੇ। ਤੇ ਮੈਂ ਆਰੰਭ ਵਿੱਚ ਫਿਰ ਅਰਜ਼ ਕਰਦਿਆਂ ਕਿ ਆਪਾਂ ਜਦੋਂ ਵੀ ਵਿਚਾਰ ਕਰਨੇ ਆ, ਕਦੀ ਵੀ ਗੁਰਬਾਣੀ ਦੇ ਅਰਥ ਸੰਬੰਧੀ ਦਾਵਾ ਨਹੀਂ। ਜਿੰਨੀ ਕੁ ਦਾਤਾਰ ਸੋਝੀ ਬਖਸ਼ਦੇ ਨੇ ਆਪਾਂ ਉਹਨਾਂ ਕੁ ਵਿਚਾਰਨੇ ਆ, ਪਰ ਯਤਨ ਕੀਤਾ ਜਾਂਦਾ ਖੋਟੀ ਨੀਅਤ ਨਾਲ ਅਰਥ ਨਾ ਕੀਤਾ ਜਾਏ, ਕਿਸੇ ਨੂੰ ਕੁਰਾਏ ਪਾਉਣ ਦੇ ਲਈ। ਹੁਣ ਉੱਥੇ ਉਹ ਕਹਿੰਦੇ ਨੇ ਉਹਨਾਂ ਨੇ ਧਰਮ ਨੂੰ ਉਚਾਰਨ ਕੀਤਾ, ਧਰਮ ਦਾ ਅਰਥ ਨਾਮ ਕੀਤਾ, ਤੇ ਉਹਨਾਂ ਨੇ ਇਹ ਸੰਸਾਰ ਭਵਨ ਨੂੰ ਪਵਿੱਤਰ ਕਰ ਦਿੱਤਾ। ਫਰੀਦਕੋਟੀਆਂ ਵਾਲਾ ਟੀਕਾ, ਸੰਪਰਦਾਇ ਟੀਕਾ, ਉਸ ਵਿੱਚ ਇਹ ਅਰਥ ਕੀਤੇ ਗਏ ਆ ਕਿ ਅਸਲ 'ਚ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਜਨਮ ਪਦਾਰਥ ਨੂੰ ਜਿੱਤ ਕੇ ਪਰਮਾਤਮਾ ਦੀ ਹਜ਼ੂਰੀ ਵਿੱਚ ਪਹੁੰਚੇ। ਤੇ ਇੱਥੇ ਵੀ ਕੀਤਾ ਗਿਆ ਕਿ ਧਰਮ ਰਾਜ ਇਹੋ ਜਿਹੀਆਂ ਰੂਹਾਂ ਨੂੰ ਕਹਿ ਰਿਹਾ ਬੋਲ ਕੇ ਕਿ ਸੱਚ ਇਹਵੇ ਪਾਪੀ ਭ੍ਰਿਸ਼ਟ ਬੰਦੇ ਮੇਰੇ ਘਰ ਵਿੱਚ ਆਉਂਦੇ ਆ, ਬੰਦਗੀ ਵਾਲੇ ਦੀ ਨਜ਼ਰ ਪੈ ਜਾਏ ਤੇ ਮੇਰਾ ਘਰ ਵੀ ਪਵਿੱਤਰ ਹੋ ਜਾਂਦਾ ਹੈ। ਉਹ ਧਰਮ ਦਾ ਅਰਥ ਧਰਮ ਰਾਜ ਕਰਦੇ ਆ। ਪਰ ਜੇ ਦੋਨੋਂ ਪੱਖ ਦੇਖਾਂਗੇ ਆਪਾਂ ਬਾਣੀ 'ਚ ਦੁਬਦਾ ਨਹੀਂ ਕਿ ਨਾਮ ਜਪਣ ਵਾਲਾ ਜ਼ਿੰਦਗੀ ਦਾ ਪਦਾਰਥ ਜਿੱਤ ਕੇ ਜਾਂਦਾ ਹੈ। ਦੂਸਰੀ ਬਾਤ ਬਾਣੀ 'ਚੋਂ ਅਸੀਂ ਦੇਖਾਂਗੇ, ਕੱਲ ਵੀ ਅਰਜ਼ ਕੀਤੀ ਸੀ ਕਿ ਧਰਮ ਰਾਜ ਚਿੱਤਰਗੁਪਤ ਜਮਦੂਤ ਦੀ ਅਜ਼ਰਾਈਲ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਹੈ। ਭਾਵੇਂ ਅਜ਼ਰਾਈਲ ਇਸਲਾਮਿਕ ਤੌਰ ਤੇ ਇਸਲਾਮ ਵਿੱਚ ਇਹਨੂੰ ਮੌਤ ਦਾ ਜਿਹੜਾ ਦੇਵਤਾ ਸ਼ਬਦ ਵਰਤ ਲਓ ਕਿ ਮੌਤ ਲਿਆਉਣ ਵਾਲਾ ਮੰਨਿਆ ਗਿਆ ਹੈ ਫਰਿਸ਼ਤਾ, ਪਰ ਬੇਨਤੀ ਇਹ ਵੇ ਇੱਥੇ ਮਹਾਰਾਜ ਜੀ ਨੇ ਸ਼ਬਦ ਜ਼ਰੂਰ ਵਰਤੇ ਬਾਣੀ 'ਚ ਕਿ ਪਹਿਲੀ ਬੇਨਤੀ ਆਈ ਜਿਹੜਾ ਨਾਮ ਜਪਦਾ ਹੈ ਉਹ ਜਨਮ ਪਦਾਰਥ ਨੂੰ ਜਿੱਤ ਕੇ ਪ੍ਰਭੂ ਦੀ ਹਜ਼ੂਰੀ 'ਚ ਜਾਂਦਾ ਹੈ। ਹੋਰ ਕੋਈ ਤਰੀਕਾ ਹੀ ਨਹੀਂ ਜਨਮ ਨੂੰ ਜਿੱਤਣ ਦਾ। ਉਂਝ ਸੰਪਰਦਾਇ ਜਦੋਂ ਪਦਾਰਥਾਂ ਦੀ ਗੱਲ ਕਰਦੇ ਸਨ ਉਹ ਚਾਰ ਸ਼ਬਦ ਵਰਤਦੇ ਸਨ ਕਿ ਜਿਵੇਂ ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਆਦਿਕ। ਇਹ ਪ੍ਰੇਮ ਪਦਾਰਥ, ਇਹ ਚਾਰ ਸ਼ਬਦ ਉਹਨਾਂ ਵਰਤਨੇ। ਪਰ ਮਹਾਰਾਜ ਜੀ ਨੇ ਬਾਣੀ 'ਚ ਪ੍ਰੇਮ ਪਦਾਰਥ ਵੀ ਤੇ ਜਨਮ ਪਦਾਰਥ ਬਹੁਤ ਵਾਰੀ ਸ਼ਬਦ ਵਰਤੋਂ ਕੀਤੀ। ਇਸ ਜਨਮ ਨੂੰ ਜਿੱਤ ਕੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਅਸੀਂ ਜਿੰਨੇ ਵੀ ਇਕੱਲੇ ਸਿੱਖ ਲਈ ਸ਼ਬਦ ਨਾ ਵਰਤਾਂ, ਗੁਰੂ ਸਾਹਿਬ ਨੇ ਬਾਣੀ 'ਚ ਸਿੱਖ ਸ਼ਬਦ ਵਰਤੇ ਹੈ। ਸਿੱਖ ਦੀ ਪਰਿਭਾਸ਼ਾ ਕੀ ਹੈ, ਗੁਰਸਿੱਖ ਦਾ ਜੀਵਨ ਕੀ ਹੈ, ਸਿੱਖ ਗੁਰੂ ਨੂੰ ਪਿਆਰ ਕਿੰਨਾ ਕੁ ਕਰਦਾ ਹੈ। ਪਰ ਇਹ ਸ਼ਬਦ ਵਰਤਣ ਦੇ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਜਿਹੜੀ ਹੈ ਇਹ ਬਿਨਾਂ ਨਸਲ, ਬਿਨਾਂ ਜਾਤ ਪਾਤ ਭੇਦ ਸਭ ਨੂੰ ਇੱਕ ਪਾਸੇ ਰੱਖ ਕੇ ਇਹ ਪੂਰੀ ਮਾਨਵਤਾ ਵਾਸਤੇ ਆਤਮਿਕ ਉਪਦੇਸ਼ ਹੈ, ਪੂਰੀ ਇਨਸਾਨੀਅਤ ਲਈ। ਅਸੀਂ ਜਨਮ ਲੈ ਕੇ ਆਏ ਹਾਂ। ਗੁਰੂ ਗ੍ਰੰਥ ਸਾਹਿਬ ਨੇ ਸਾਡੀ ਮੰਜ਼ਿਲ, ਸਾਡਾ ਨਿਸ਼ਾਨਾ ਬਾਣੀ ਵਿੱਚ ਮਿੱਥ ਦਿੱਤਾ ਹੈ। ਹੁਣ ਉਸ ਵਿੱਚ ਕੋਈ ਬੰਦੇ ਸਫਲ ਹੋ ਜਾਂਦੇ ਆ, ਕਈ ਬੰਦੇ ਅਸਫਲ ਹੋ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਦਰਸ਼ਨ ਕਰਨੇ ਆ
एक पाठ आपां सारे रोज़ करने आ कि भई प्राप्त मानुख दे खुरिया। ਇਹ 'ਚ बिल्कुल स्पष्ट किया, दो शब्द मैं अज नितनेम च अर्ज करने ने, जिन्हां विच गुरु जी ने मंजिल ते पहुंचण दा तरीका भी दसिया ते इस मानव देही नूं हासिल करके साडा प्रयोजन की ओहदा भी जिक्र किया। इत्थे बचन है भई प्राप्त मानुख दे खुरिया। ये मनुखा देही सानू प्राप्त होई है ते सच एवे कि ये गल वखरी कोई जन्म लैके पाप कर्म करे कुकर्म करे। गुरु ग्रंथ साहिब मुताबक सब तो पहली किरपा जीव ते ये हो गई कि उन्होंने रब ने मानवी चोला दे दिता है। इसे करके एक शब्द वरत्या, दुलभ दे पाई वडभागी। वड्डियां भागां वालियां नूं ये शरीर नसीब होया। इसे नूं बाणी ने कहा कबीर मानस जन्म दुलंभ है। उत्थे नहीं जिक्र किया तू पापी है कि पुन्नी है। सब तो पहला ये कहा भी जेड़ा चोला तू लैके बैठा है इसकी कीमत किन्नी कु है। कबीर मानस जन्म दुलंभ है, होए ना बारह बार। ज्यों बन फल पाके भुए गिरें, बौर ना लागें डार। कि जिमें पक्के हुए फल एक बारी वृक्ष की टाहनी तो टुट जान, वो दोबारा रुख नाल नहीं लगते। जेड़ा वक्त जेड़ा समा तेनू मानवी देही दा मिलिया है, एक जेड़ा सवास तेरा निकल गया ना, चेते रखी उन्हें दोबारा वापस नहीं आना। उंज भावें असीं कहने भी सवास आउंदे जांदे ने, एक प्रक्रिया चलती रहिंदी है, पर गुरमुखो जेड़ा एक बारी निकल जाए वो टाइम नहीं वापस आउंदा, वो गया ते गया। महाराज ते शब्द वरदे ने मानस जन्म दुलंभ है, होए ना बारह बार। ज्यों बन फल पाके भुए गिरै, बौर ना लागें डार। ਇਹਦਾ मतलब बड़ी दुर्लभ है जी। गुरु साहिब जी का शब्द कि भई प्राप्त मानुख दे खुरिया। तेनू ये बॉडी ये शरीर मिलिया है, एक देही मिली ते गुरमुखो दूजी तंदुरुस्ती नाल मिल गई। कई बंदियां नू देही नसीब हुंदी है पर अरोगता नसीब नहीं हुंदी। सचमुच तुसीं देखोगे जमांदरू बीमार होणगे ते कई बारी इहो जिहा समा बंदे ते आ बनदा है, वो चाहता है कि मैं इस देही तो मुक्त हो जा। सच एवे उन्हों मंगिया मौत भी कई बारी नसीब नहीं हुंदी, वो अत दा दुखी हुंदा है। इत्थे सतगुरु ने शब्द वरत्या एक तय प्राप्त होई है, भई प्राप्त मानुख दे खुरिया। दूसरी साडी मंजिल मिल दिती। भावें मैनूं पता है आप सब नूं ये शब्द जबानी चेते वे, कोई शक नहीं इहदे च, पर कई बारी जिहड़ा असीं रोज़ाना शब्द पढ़ने हैं ना जी, ਉਹਦੇ अर्थ तो ना जानू होर करके रूटीन विच पढ़ी जाने आ, पर जदों दे अर्थ कीते जांदे ने फिर सोचीदा है आपां ते रोज़ ही पढ़दे सां, इहदे अर्थ ये ने। हुण इसी पाठ मैं भी करना, आप भी रोज़ करदे हो। हाँ, ਜਿਹੜੇ नहीं नितनेम करदे प्लीज़ जिंदगी च नेम ना कदी गुरु दा छड्डिओ। कुछ नहीं करन जोगे ना। मान लो मेरी तपस्या बंदगी इन्नी नहीं, पर घट्टो घट ये तां कह दईए सच्चे पातशाह तुसीं अमृत दी दात वेले जिहड़ा नेम दिता ना, तुहाडी किरपा नाल मैं उहनूं निभाउण दा पूरा यतन कीता है, मैं नेम जरूर निभाया है। असीं ये पाठ नितन विच कर रहे हां, भई प्राप्त मानुख दे खुरिया। अगली मंजिल की है वेखो, एक एक स्टैप आप जी देखो। इस शब्द महाराज शब्द वरदिया, गोबिंद मिलन की ए तेरी बरिया। ये वारी, ये मौका, ये अवसर गोबिंद नूं मिलन दा है। अगे की है, जदों बिरती खिंडदी है, संसार दे जंजाल सानू घेरदे आ, सच्ची मुच्ची चिक्कड़ तो वध घेरदे आ। महाराज कहंदे ने अवर काज तेरा किता ना काम। अवर काज का अर्थ नाम नूं छड्ड के जिन्ने भी काम कर रहे हैं, ठीक इहदे नाल मानवता बाहरमुखी विकास करेगी, परिवार का विकास हो जाएगा, समाज का विकास होवेगा, सुख सहूलतां तो बहुत कुछ पैदा करेगा। पर इस गल नूं ज़हन विच रखी, एक नाम तो बिना बाकी कोई भी काम किसी दे अर्थ नहीं। अवर काज तेरा किता ना काम। अगला बचन फिर की कर, जे मानुख देह विच गोबिंद नूं मिलना है, मिल साध संगत भज। केवल नाम का अर्थ ही है वे केवल एक परमात्मा। जदों केवल शब्द आउंदा है, इहदा अर्थ सिर्फ एक ओंकार परमात्मा। अवर काज तेरा किता ना काम, मिल साध संगत भज। केवल नाम, केवल नाम जपो तां एको नामा। साध संगत भज केवल नाम।
ਅੱਗੇ ਬਚਨ ਨੇ ਸਰੰਜਾਮ ਲਾਗ। ਇਹ ਸਰੰਜਾਮ ਸ਼ਬਦ ਫਾਰਸੀ ਦਾ ਹੈ ਜੀ, ਜਿਹਨੂੰ ਅਸੀਂ ਇੱਕ ਸ਼ਬਦ ਵਰਤਨੇ ਆ ਉਦਮ, ਪੁਰਖਾਰਥ, ਚੱਲਣਾ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਸਰੰਜਾਮ ਲਾਗ ਭਵਜਲ ਤਰਨ ਕੈ। ਤੂੰ ਜਿੱਥੇ ਹੋਰ ਇੰਨੇ ਹੀਲੇ ਵਸੀਲੇ ਕਰ ਰਿਹਾ ਹੈ, ਇੱਕ ਕੰਮ ਕਰ, ਇਸ ਭਵ ਸਾਗਰ ਨੂੰ ਤਰਨ ਵਾਸਤੇ ਵੀ ਕੋਈ ਨਾ ਕੋਈ ਸਰੰਜਾਮ ਕਰ ਲੈ, ਕੋਈ ਉਦਮ ਕਰ ਲੈ, ਕੋਈ ਵਸੀਲਾ ਬਣਾ ਲੈ, ਇਸ ਭਵ ਸਾਗਰ ਨੂੰ ਤਰ ਸਕੇ। ਸਰੰਜਾਮ ਲਾਗ ਭਵਜਲ ਤਰਨ ਕੈ। ਭਵ ਸਾਗਰ ਨੂੰ ਤਰਨ ਲਈ ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਸਾਰਾ ਜਨਮ ਜਿਹੜਾ ਵਿਅਰਥ ਚਲਾ ਗਿਆ, ਸੰਸਾਰਕ ਪਦਾਰਥਾਂ ਦੇ ਰੰਗ, ਚਮਕ ਦਮਕ। ਤੇ ਇਹ ਵੀ ਸੱਚ ਕਿ ਜਿਹਦਾ ਰੰਗ ਵੀ ਥੋੜਾ ਚਿਰ ਹੈ। ਕਦੀ ਦੇਖੋ ਜਿੰਨੀਆਂ ਖੁਸ਼ੀ ਅਸੀਂ ਜਨਮ ਤੋਂ ਲੈ ਕੇ ਮਾਣਦੇ ਹਾਂ, ਉਹਦੀ ਕਿੰਨੀ ਕੁਝ ਮਿਆਦ ਹੈ ਜੀ। ਘਰ 'ਚ ਵਿਆਹ ਰੱਖਣੇ ਕਿੰਨੇ ਕੁ ਦਿਨ ਦੀ ਖੁਸ਼ੀ ਹੈ, ਜਨਮ ਹੁੰਦਾ ਕਿੰਨੇ ਕੁ ਦਿਨ ਖੁਸ਼ੀ ਹੈ। ਜੇ ਆਪਣੀ ਗਿਰਵਾਨ ਵੀ ਝਾਤੀ ਮਾਰੀਏ, ਹਰ ਖੁਸ਼ੀ ਜਿਹੜੀ ਬਾਹਰ ਸਾਨੂੰ ਦਿਸਦੀ ਪਈ ਹੈ, ਬਾਬਾ ਜੀ ਦਾ ਇੱਕ ਸ਼ਬਦ ਹੈ, ਪਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਜਿਵੇਂ ਤੁੰਬਾ ਬਹੁਤ ਸੋਹਣਾ ਲੱਗਦਾ, ਭੁਲੇਖਾ ਪੈ ਜਾਂਦਾ, ਪਰ ਥੋੜ੍ਹੀ ਚਿਰੀ ਸਾਰੀ ਖੇਡ ਹੈ। ਕੁਸੰਬੇ ਦਾ ਫੁੱਲ ਪ੍ਰਭਾਵਿਤ ਕਰਦਾ ਹੈ। ਗੁਰੂ ਸਾਹਿਬ ਬਚਨ ਕਰ ਰਿਹਾ, ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ, ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ। ਜਨਮ ਬਿਰਥਾ ਜਾਤ ਰੰਗ ਦਰਥ ਤੇ ਪਿਆਰ, ਮਾਇਆ ਦੇ ਪ੍ਰੇਮ ਵਿੱਚ ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਹੁਣ ਅਗਲੀ ਬੇਨਤੀ ਜੀ, ਮੰਨ ਲਓ ਅਜੇ ਤੱਕ ਕੁਛ ਨਹੀਂ ਕੀਤਾ। ਸੁਣੋ ਇਸ ਸ਼ਬਦ ਨੂੰ, ਇਹ ਅਰਥ ਬੜੇ ਸਰਲ ਕਰਤੇ ਵੀ ਮਾਨਵ ਦੇਹੀ ਮਿਲੀ, ਰੱਬ ਮਿਲਣੀ ਮਿਲੀ, ਇਹ ਸਰੰਜਾਮ ਕੋਈ ਕੰਮ ਨਹੀਂ ਆਉਣੇ, ਅਵਰ ਕਾਜ ਕਿਸੇ ਨਹੀਂ ਆਉਣਾ ਤੇਰੇ ਸਾਥ। ਪਰ ਮਹਾਰਾਜ ਜੇ ਅੱਜ ਤੀਕਰਾਂ ਕੁਛ ਨਹੀਂ ਕੀਤਾ ਫਿਰ ਕੀ ਕਰੀਏ? ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਜੇ ਸੱਚੀ ਮੁੱਚੀ ਤੂੰ ਸਹਿਮਤ ਹੈ ਮੈਂ ਕੁਛ ਨਹੀਂ ਕੀਤਾ ਨਾ, ਬਸ ਉਹ ਕੁਝ ਹੀ ਦੱਸ ਦੇ ਜੋ ਕੋਈ ਤੂੰ ਕਰਦਾ ਰਿਹਾ ਹੈ। ਸੁਣੋ ਇਸ ਬੇਨਤੀ ਨੂੰ। ਇੱਕ ਵਾਰ ਮੈਂ ਅਰਜ਼ ਕੀਤੀ ਸੀ, ਜੇ ਸਾਡੀ ਅਰਦਾਸ ਵਿੱਚ ਕੀਤੇ ਤੇ ਅਕੀਤੇ, ਕੀਤੇ ਤੇ ਅਕੀਤੇ ਦੋ ਸ਼ਬਦ ਨੇ, ਇਹ ਦੋ ਤੁਕਾਂ 'ਚ ਆ ਖੁਸ਼ੀ ਹੈ ਕਿ ਜੋ ਕੁਝ ਤੁਸੀਂ ਦੱਸਿਆ ਸੀ ਉਹ ਮੈਂ ਬਿਲਕੁਲ ਨਹੀਂ ਕੀਤਾ, ਉਹ ਅਕੀਤੇ ਨੇ ਮੈਂ ਨਹੀਂ ਕਰ ਸਕਿਆ। ਜੋ ਨਹੀਂ ਸੀ ਕਰਨਾ, ਅਕੀਤਾ ਸੀ ਕਦੀ ਨਹੀਂ ਸੀ ਕਰਨਾ, ਉਹ ਮੈਂ ਜ਼ਿੰਦਗੀ ਸਾਰੀ 'ਚ ਕੀਤਾ। ਬਸ ਇਹਦੇ ਵਿੱਚ ਇੰਨਾ ਹੀ ਮੰਨ ਲੈ, ਜੋ ਕੋਈ ਤੂੰ ਕਰਦਾ ਰਿਹਾ ਉਹ ਗੁਰੂ ਨੂੰ ਦੱਸ ਦੇ। ਕਿਸੇ ਨੂੰ ਨਾ ਦੱਸ, ਮਾਂ ਨੂੰ ਨਾ ਦੱਸ, ਪਿਓ ਨੂੰ ਨਾ ਦੱਸ, ਭੈਣਾਂ ਭਰਾਵਾਂ ਨੂੰ ਕਿਸੇ ਨੂੰ ਨਾ ਦੱਸ, ਪਰ ਜੇ ਤੇਰੇ ਅੰਦਰੋਂ ਆਵਾਜ਼ ਆਉਂਦੀ ਤੂੰ ਗੁਰੂ ਨੂੰ ਦੱਸ ਦੇ। ਮਹਾਰਾਜ ਕੀ ਦਸੀਏ? ਗੁਰੂ ਅਰਜਨ ਸਾਹਿਬ ਸਾਨੂੰ ਸਮਝਾਉਂਦੇ ਆ, ਆਪ ਤਾਂ ਪ੍ਰਤੱਖ ਹਰ ਨੇ, ਕਹਿੰਦੇ ਤੂੰ ਇਹ ਮੰਨ ਲੈ ਕਿ ਜਪ ਤਪ ਸੰਜਮ ਧਰਮ ਨਾ ਮੈਂ ਕੀਤਾ ਹੀ ਨਹੀਂ। ਇਹ ਮੰਨਣਾ ਹੀ ਹੈ ਨਾ। ਦੇਖੋ ਇਹ ਸਾਡੀ ਅਰਦਾਸ ਹੈ, ਤੂੰ ਮੰਨ ਜਾ ਮੈਂ ਨਹੀਂ ਕੀਤਾ। ਪਰ ਦੁੱਖ ਇਸ ਚੀਜ਼ ਦਾ ਹੈ ਕਿ ਕਰਦਾ ਵੀ ਨਹੀਂ, ਤੇ ਇਹ ਅਵੈੜਾ ਮਨ ਦਾਅਵੇ ਵੀ ਬੜੇ ਵੱਡੇ ਕਰਦਾ ਹੈ, ਮੈਂ ਆਹ ਕੁਝ ਕੀਤਾ ਹੈ। ਤੇ ਅੱਜ ਹਾਲਾਤ ਐਸੇ ਬਣੇ ਪਏ ਆ। ਮੈਨੂੰ ਯਾਦ ਹੈ ਕਿ ਜਨਮ ਮਹਾਰਾਜ ਜਦੋਂ ਜਾਂਦੇ ਆ, ਵਿਆਹ ਬਟਾਲੇ ਹੁੰਦਾ, ਅਜਿੱਤੇ ਰਧਾਵੇ ਨਾਲ ਗੱਲ ਹੁੰਦੀ ਹੈ, ਤੇ ਮਹਾਰਾਜ ਉੱਥੇ ਇੱਕ ਬਚਨ ਕਹਿੰਦੇ ਆ, ਕਹਿੰਦੇ ਨੇ ਅਜਿੱਤਿਆ ਭਰੇ ਹੋਏ ਭਾਂਡਿਆਂ ਦੀ ਕਮਾਈ ਮਣਾ ਮੂੰਹ ਹੁੰਦੀ ਏ, ਪਰ ਵਿਖਾਉਂਦੇ ਤਿਲ ਜਿੰਨੀ ਵੀ ਨਹੀਂ। ਮਣਾ ਮੂੰਹ ਆਪਾਂ ਸਮਝਨੇ ਆ ਨਾ ਜੀ, ਭਰੇ ਹੋਏ ਭਾਂਡੇ ਮਣਾ ਮੂੰਹ ਕਮਾਉਂਦੇ ਨੇ ਤੇ ਤਿਲ ਜਿੰਨੀ ਵੀ ਵਿਖਾਉਂਦੇ ਨਹੀਂ। ਪਰ ਸਮਾਂ ਆਏਗਾ ਇੱਥੇ ਤਿਲ ਜਿੰਨਾ ਕਿਸੇ ਕਮਾਣਾ ਨਹੀਂ, ਰੌਲਾ ਮਣਾ ਮੂੰਹ ਪਾਇਆ ਕਰਨਗੇ। ਉਹੀ ਹਾਲਤ ਹੈ ਜੀ। ਹੁਣ ਆ ਏਡੇ ਕਮਾਲ ਦੀ ਅਰਦਾਸ ਜੀ, ਆਪਾਂ ਕਿਸੇ ਤੋਂ ਕਿਉਂ ਪੁੱਛੀਏ? ਰੋਜ਼ ਪਾਠ ਕਰਨੇ। ਕਹਿੰਦੇ ਨੇ ਇਹ ਵੀ ਇੱਕ ਤੇਰਾ ਗੁਣ ਹੋਵੇਗਾ ਜੋ ਨਹੀਂ ਕੀਤਾ, ਇਸ ਨਾ ਕੀਤੇ ਨੂੰ ਵੀ ਮੰਨ ਲੈ ਮੈਂ ਕੀਤਾ ਹੈ, ਤੇ ਜੋ ਕੋਈ ਸਾਰੀ ਜ਼ਿੰਦਗੀ ਪਾਪ ਕੀਤਾ ਉਹਨੂੰ ਵੀ ਮੰਨ ਲੈ ਮੈਂ ਆ ਕੁਝ ਕਰਦਾ ਰਿਹਾ। ਪਰ ਸਤਿਗੁਰੂ ਨੇ ਨਾ ਧਰਮ ਦੇ ਸ਼ਬਦ ਗਿਣਾਏ, ਜਪ ਤਪ ਸੰਜਮ ਧਰਮ, 4 ਸ਼ਬਦ ਜੀ। ਮੈਂ ਜਪ ਨਹੀਂ ਕੀਤਾ ਵਾਹਿਗੁਰੂ ਦਾ, ਮੈਂ ਤਪ ਨਹੀਂ ਕੀਤਾ ਸੇਵਾ ਦਾ। ਵੈਸੇ ਜਪ ਵੀ ਆਪਣੇ ਆਪ ਵਿੱਚ ਤਪ ਹੈ ਜੀ। ਗੁਰਮਤਿ ਵਿੱਚ ਉਹ ਤਪ ਬਿਲਕੁਲ ਕਿਤੇ ਪ੍ਰਵਾਨ ਨਹੀਂ ਜਿੱਥੇ ਬਾਡੀ ਨੂੰ ਤੰਗ ਕਰਨਾ। ਹਾਂਜੀ, ਪੁੱਠੇ ਸਿੱਧੇ ਲਟਕਣਾ, ਅੱਗ ਦੇ ਵਿੱਚ ਬਹਿਣਾ, ਪਾਣੀ ਦੇ ਵਿੱਚ ਬਹਿਣਾ। ਗੁਰੂ ਸਾਹਿਬ ਨੇ ਇਹਦਾ ਥਾਂ ਥਾਂ ਖੰਡਨ ਕੀਤਾ। ਜੇ ਕਿਤੇ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ,
ਉਹਨਾਂ ਪ੍ਰੇਮ ਵਾਸਤੇ ਸ਼ਲੋਕ ਕਿਹਾ ਸੀ, ਤਨ ਤਪੈ ਤਨੂਰ ਜੋ ਬਾਲਣ ਖੱਡ ਬਲਨ। ਹੇ ਪਿਆਰਿਆ, ਜੇ ਤੇਰੀ ਖਾਤਰ ਇਸ ਦੇਹ ਨੂੰ ਫੂਕਣਾ ਪਏ, ਮੈਂ ਇਸ ਤਰ੍ਹਾਂ ਸਾੜਾਂਗਾ ਜਿਵੇਂ ਤੰਦੂਰ ਨੂੰ ਅੱਗ ਲੱਗਦੀ ਹੈ। ਮੈਂ ਆਪਣੀ ਬਾਡੀ ਨੂੰ ਤੰਦੂਰ ਬਣਾ ਦਿਆਂ ਤੇ ਜਿਹੜੀਆਂ ਇਹਦੇ ਵਿੱਚ ਹੱਡੀਆਂ ਨੇ ਇਸ ਤਰ੍ਹਾਂ ਫੂਕਾਂਗਾ ਜਿਵੇਂ ਸੁੱਕੀਆਂ ਲੱਕੜਾਂ ਤੰਦੂਰ ਵਿੱਚ ਫੂਕੀਆਂ ਜਾਂਦੀਆਂ ਨੇ। ਤੇ ਜੇ ਤੂੰ ਕਹੇ ਕਿ ਸਿਰ ਪਰਨੇ ਹੋ ਕੇ ਆ, ਬੇਨਤੀ ਸੁਣਿਓ, ਪੈਰ ਉੱਪਰ ਤੇ ਸਿਰ ਥੱਲੇ, ਇਹ ਵੀ ਇੱਕ ਕਿਰਿਆ ਹੈ ਤੁਰਨ ਦੀ ਜੀ। ਤੁਸੀਂ ਦੇਖਿਆ ਹੋਣਾ ਜਦੋਂ ਵਿਆਮ ਕਰਾਉਂਦੇ ਨੇ, ਕਈ ਬੰਦੇ ਸਿਰ ਪਰਨੇ ਹੋ ਕੇ ਤੁਰ ਪੈਂਦੇ ਆ, ਹੱਥਾਂ ਨੂੰ ਪੈਰਾਂ ਦੀ ਤਰ੍ਹਾਂ ਵਰਦੇ। ਕਹਿੰਦੇ ਨੇ ਜੇ ਤੂੰ ਚਾਹੇ ਮੈਂ ਸਿਰ ਪਰਨੇ ਹੋ ਕੇ ਆਵਾਂਗਾ। ਤਨ ਤਪੈ ਤਨੂਰ ਜੋ ਬਾਲਨ ਖੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ। ਸਿਰ ਪਰਨੇ ਹੋ ਕੇ ਜੁਲਾਂ ਦਰ ਤੇ ਚੱਲਾਂ, ਪੈਰੀ ਥੱਕਾਂ ਸਿਰ ਜੁਲਾਂ, ਜੇ ਮੂੰਹ ਪਿਰੀ ਮਿਲਨ। ਜੇ ਪਿਆਰੇ ਤੈਨੂੰ ਇਹ ਅੱਗੇ ਫਿਰ ਮਹਾਰਾਜ ਗੁਰੂ ਅਮਰਦਾਸ ਗੁਰੂ ਸਾਹਿਬ ਕਹਿੰਦੇ ਆ, ਤਨ ਨਾ ਤਪਾਏ ਤਨੂਰ ਜਿਉਂ ਬਾਲਣ ਖੱਡ ਨਾ ਬਾਲ। ਨਾ ਨਾ, ਇਹ ਨਹੀਂ ਕਰਨਾ। ਕੀ ਕਰਨਾ ਹੈ? ਮੈਂ ਥੋੜਾ ਜਿਹਾ ਵਿੱਚੋਂ, ਤਾਂ ਕਿ ਇਹੋ ਜਿਹਾ ਤਪ ਨਹੀਂ ਪ੍ਰਵਾਨ। ਕੁੰਭ ਦਾ ਜਦੋਂ ਮੇਲਾ ਹੁੰਦਾ ਹੈ ਨਾ, ਮੇਰਾ ਦਿਲ ਬੜਾ ਕਰਦਾ ਜਾਣ ਨੂੰ, ਪਰ ਡਰ ਬੜਾ ਲੱਗਦਾ, ਕੁੱਟਣਗੇ ਸਿੱਖ। ਫਿਰ ਉਹ ਮੈਂ ਵੇਖਣਾ ਉੱਥੇ ਕਈ ਬੰਦੇ ਨੇ, ਇੱਕ ਬੰਦਾ ਐਸੇ ਕਈ ਸਾਲਾਂ ਤੋਂ ਬਾਂਹ ਇਸ ਤਰ੍ਹਾਂ ਖੜੀ ਕਰਕੇ ਖਲੋਤਾ ਹੈ, ਕੋਈ ਬੰਦਾ ਇੱਕ ਲੱਤ ਤੇ ਖਲੋਤਾ ਹੈ, ਕੋਈ ਜ਼ਬਾਨ ਤੋਂ ਨਹੀਂ ਬੋਲਦਾ, ਕਿਉਂਕਿ ਉੱਥੇ ਭਾਂਤ ਭਾਂਤ ਦੇ ਲੋਕ ਆਉਂਦੇ ਆ। ਫਿਰ ਸਮਝ ਪੈਂਦੀ ਹੈ ਗੁਰੂ ਨਾਨਕ ਸਾਹਿਬ ਦੀ ਗੁਰਮਤਿ ਕਿੰਨੀ ਕੁ ਸੌਖੀ ਹੈ। ਕਿਉਂਕਿ ਜਦੋਂ ਬੰਦਾ ਉਹਨੂੰ ਦੇਖਦਾ ਹੈ, ਦੇਖੋ ਮਹਾਰਾਜ ਨੇ ਉੱਤੇ ਸ਼ਬਦ ਵਰਤਿਆ ਕਿ ਤਨ ਨਾ ਤਪਾ, ਤਨ ਨਾ ਤਪਾਏ ਤਨੂਰ ਜਿਉਂ ਬਾਲਣ ਖੱਡ ਨਾ ਬਾਲ। ਸਿਰ ਪੈਰੀ ਕਿਆ ਫੇੜਿਆ, ਪੈਰ ਚੱਲਣ ਵਾਸਤੇ ਦਿੱਤੇ ਨੇ, ਹੱਥ ਕੰਮ ਕਰਨ ਵਾਸਤੇ ਦਿੱਤੇ ਨੇ, ਸਿਰ ਉੱਤਾ ਦੇਖਣ ਵਾਸਤੇ ਦਿੱਤਾ ਹੈ। ਜੋ ਰੱਬ ਨੇ ਤੈਨੂੰ ਦਿੱਤਾ ਹੈ, ਤੈਨੂੰ ਪੁੱਠਿਆਂ ਲਟਕਣ ਦਾ ਚਾਹ ਹੈ, 9 ਮਹੀਨੇ ਪੁੱਠਾ ਲਟਕ ਤੇ ਤਰਲੇ ਕਰਦਾ, ਮੈਨੂੰ ਇੱਕ ਵਾਰੀ ਛੁਡਾ ਦੇ। ਅਸਲੀਅਤ ਹੈ ਨਾ। ਬਾਬਾ ਜੀ ਨੇ ਕਿਹਾ, ਕਾਏ ਫਿਰ ਤੋਂ ਭਈਆ ਫੂਲਿਆ ਫੂਲਿਆ, ਜਬ ਦਸਮਾਸ ਉਰਦ ਮੁਖ ਰਹਿਤਾ 100 ਦਿਨ ਕੈਸੇ। ਉਦੋਂ ਤੇ ਸਿਰ ਪਰ ਨਹੀਂ ਸੀ। ਮੇਰੀ ਬੇਨਤੀ ਸਮਝ ਗਏ ਹੋ? ਮਹਾਰਾਜ ਨੇ ਸ਼ਬਦ ਵਰਤੇ ਹੈ ਬਾਣੀ 'ਚ, ਰਚੰਤ ਜੀ ਰਚਨਾ ਮਾਸਤ ਗਰਭ ਅਸਥਾਪਨੰ। ਜਿਹੜਾ ਸ਼ਬਦ ਹੈ ਮੁਖ ਤਲੈ ਪੈਰ ਉਪਰ ਹੈ, ਉਹ ਪੁੱਠਾ ਹੀ ਸੀ। ਪਰ ਸੱਚੀ ਜੇ ਜਦੋਂ ਵਾਹਿਗੁਰੂ ਮੈਂ ਪੇਂਡੂ ਸ਼ਬਦ ਵਰਤਾ, ਜਦੋਂ ਪੁੱਠਾ ਸੀ ਕੰਮ ਸਿੱਧਾ ਸੋਚਦਾ ਸੀ, ਜਿੱਦਾਂ ਦਾ ਸਿੱਧਾ ਹੋਇਆ ਬਹੁ ਗਿਣਤੀ 'ਚ ਕੰਮ ਹੀ ਪੁੱਠੇ ਕਰੀ ਜਾਂਦਾ। ਉੱਥੇ ਸਿਰਫ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਕਿ ਪਹਿਲੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਉਦੋਂ ਸਿਮਰਨ ਤੋਂ ਬਿਨਾਂ ਗੱਲ ਹੀ ਕੋਈ ਨਹੀਂ। ਇੱਥੇ ਮਹਾਰਾਜ ਖੰਡਨ ਕਰਦੇ ਆ, ਕਿਉਂ ਪੁੱਠਾ ਲਟਕਣਾ। ਸਤਿਗੁਰੂ ਸ਼ਬਦ ਵਰਦੇ ਆ ਕਿ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਖੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ। ਇਹ ਦੋ ਪਾਠ ਨੇ ਜੀ, ਇੱਕ ਸਮਾਲਕ ਹੈ, ਇੱਕ ਨਿਹਾਲ ਹੈ। ਅਰਥ ਦੋਨਾਂ ਦੇ ਇੱਕੋ ਨੇ ਕਿ ਤੂੰ ਨਾ ਤਨ ਨੂੰ ਤਪਾ, ਸੱਚ ਇਹ ਵੇ ਕਿ ਤੂੰ ਆਪਣੇ ਅੰਦਰ ਤੇ ਕਾਬੂ ਪਾ। ਇਹੀ ਕਾਰਨ ਗੁਰੂ ਸਾਹਿਬ ਬਾਣੀ 'ਚ ਸ਼ਬਦ ਵਰਦੇ ਆ। ਜੇ ਮੰਨ ਲਓ ਅਸੀਂ ਟਾਈਮ ਟਾਲਨੇ ਆ ਵੀ ਬੜਾ ਕਲੇਸ਼, ਇੱਥੋਂ ਬਚੋ, ਦੂਜੀ ਥਾਂ ਤੇ ਤੁਰ ਜਾਓ। ਮਹਾਰਾਜ ਕਹਿੰਦੇ ਥਾਵਾਂ ਬਦਲਣ ਨਾਲ ਕਲੇਸ਼ ਨਹੀਂ ਮੁੱਟਦੇ ਹੁੰਦੇ, ਮਨ ਬਦਲਣ ਨਾਲ ਕਲੇਸ਼ ਮੁੱਟਦੇ ਹੁੰਦੇ ਆ। ਥਾਂ ਬਦਲ ਕੇ ਹੁਣ ਆਪਾਂ ਇੰਨੇ ਆਏ ਆ ਜੀ, ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਆਇਆ। ਮਹਿਸੂਸ ਨਾ ਕਰਿਓ ਆਪਣੀਆਂ ਖਸਲਤਾਂ ਤੇ ਪਿਛਲੀਆਂ, ਇੱਥੇ ਵੀ ਕੰਮ ਕਰੀ ਜਾਂਦੇ। ਥਾਂ ਬਦਲ ਦਿੱਤਾ, ਖਸਲਤ ਮਾੜਾ ਸ਼ਬਦ ਨਹੀਂ, ਸਾਡੇ ਕਰਮ। ਬਾਬਾ ਜੀ ਨੇ ਕਿਹਾ ਪੂੰਵਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸ਼ਾਂ ਧਾਇਆ, ਪੰਜ ਚੰਡਾਲ ਨਾਲੇ ਲੈ। ਜਿਹੜੀ ਬੇਨਤੀ ਕਰ ਲੱਗਾ, ਗੁਰੂ ਸਾਹਿਬ ਨੇ ਦੇਖੋ ਕਿੱਡੀ ਬਖਸ਼ਿਸ਼ ਕੀਤੀ। ਕਹਿੰਦੇ ਨਹੀਂ ਕੀਤਾ ਮੰਨ ਨਹੀਂ ਜਾ, ਮੈਂ ਨਹੀਂ ਕੀਤਾ। ਸੱਚ ਇਹ ਵੇ ਪਾਪ ਬੰਦੇ ਤੋਂ ਹੁੰਦਾ ਹੈ, ਜਦੋਂ ਪਾਪ ਕਰਕੇ ਬੰਦਾ ਝੂਠ ਬੋਲਦਾ ਮੈਂ ਨਹੀਂ ਕੀਤਾ, ਖਿਮਾ ਕਰਿਓ, ਉਦੋਂ ਵਿਸ਼ਵਾਸ ਉੱਠ ਜਾਂਦਾ। ਭਾਵੇਂ ਪੁੱਤਰ ਧੀ ਪਰਿਵਾਰ ਦੇ ਜੀ ਕਿਉਂ ਨਾ ਹੋਵੇ, ਜੇ ਪਾਪ ਕੀਤਾ ਸਵੀਕਾਰ ਲੈ, ਤੇਰਾ ਅੰਦਰ ਵੀ ਹੌਲਾ ਹੋ ਜਾਏਗਾ, ਕੋਈ ਤੇਰੇ ਲਈ ਤਰਸ ਭਰੀ ਅਰਦਾਸ ਵੀ ਕਰੇਗਾ। ਬਾਬਾ ਜੀ ਨੇ ਕਿਹਾ ਜਪ, ਮੈਂ ਜਪ ਨਹੀਂ ਕੀਤਾ ਵਾਹਿਗੁਰੂ ਦਾ, ਤਪ ਨਹੀਂ ਕੀਤਾ ਸੇਵਾ ਦਾ, ਮੈਂ ਇੰਦਰੀਆਂ ਨੂੰ ਕੰਟਰੋਲ 'ਚ ਨਹੀਂ ਰੱਖ ਸਕਿਆ। ਸੰਜਮ ਦਾ ਅਰਥ ਅੱਖਾਂ ਮੇਰੇ ਨਹੀਂ ਕਾਬੂ ਰਹੀਆਂ, ਮੈਂ ਮੰਨਣਾ ਵਾ ਨਹੀਂ ਕਾਬੂ, ਮੇਰੇ ਕੰਨ ਮੇਰੇ ਕਾਬੂ 'ਚ ਨਹੀਂ, ਮੇਰੀ ਜ਼ਬਾਨ ਮੇਰੇ ਕਾਬੂ 'ਚ ਨਹੀਂ, ਮੇਰੀ ਨਾਸਕਾਂ ਕਾਬੂ 'ਚ ਨਹੀਂ। ਦਾਤਾ ਮੈਂ ਕੀ ਕਰਾਂ, ਮੇਰੇ ਮਨ ਦੇ ਫੁਰਨੇ ਵੀ ਕਾਬੂ 'ਚ ਨਹੀਂ। ਮੈਂ ਮੰਨਣ ਆਇਆ ਗੁਰਮੁਖੋ, ਸਿੱਧੀ ਜੀ ਗੱਲ ਮੰਨ ਲੈ ਮਨਾ,
ਤੇ ਗੁਰੂ ਕੋਲ ਕੱਲਾ ਹੀ ਮੰਨ ਲੈ, ਕਿਸੇ ਨੂੰ ਨਾ ਦੱਸ। ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ। ਨਾ ਮੈਂ ਗੁਰੂ ਦੀ ਸੇਵਾ ਸੰਗਤ ਦੀ ਕੀਤੀ, ਨਾ ਮੈਂ ਹਰੀ ਰਾਜੇ ਨੂੰ ਜਾਣਿਆ। ਇਹਦੇ ਨਾਲ ਹੀ ਮੰਜ਼ਿਲ ਮਿਲਣੀ ਸੀ ਜੀ। ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾਂ। ਗੁਰਮੁਖੋ ਸੁਣਿਓ, ਨੀਚ ਕਰਮ ਦਾ ਖੁਲਾਸਾ ਨਹੀਂ ਕੀਤਾ। ਫਿਰ ਅਰ ਸੁਣੋ, ਇਹ ਜਪ ਦਾ ਡਿਟੇਲ ਦਿੱਤੀ। ਜਪ ਤਪ ਸੰਯਮ ਧਰਮ ਹਰ ਰਾਇਆ ਸਾਧ ਸੰਗਤ ਸਭ ਕੁਝ ਕਹਿ ਦਿੱਤਾ, ਪਰ ਨੀਚ ਕਰਮ ਨਹੀਂ ਕਿਹਾ। ਮੈਂ ਕਹਿੰਦਾ ਸਤਿਗੁਰੂ ਤੇਰੇ ਤੋਂ ਕੁਰਬਾਨ ਜਾਵਾਂ, ਫਿਰ ਵੀ ਪਰਦੇ ਪਾ ਗਏ। ਤੂੰ ਕਹਿ ਦਿੱਤਾ ਕਿ ਚਲੋ ਜਪ ਤਪ ਸਾਰੇ ਕਹਿ ਦੇ, ਨਹੀਂ ਕੀਤਾ। ਜਿਹੜੇ ਨੀਚ ਕਰਮ ਕੀਤੇ ਨੇ, ਬਸ ਇੱਕੋ ਹੀ ਕਹਿ ਦੇ ਮੈਂ ਨੀਚ ਕਰਮ ਕੀਤੇ ਨੇ, ਸਾਰੇ ਇਹਦੇ 'ਚ ਆ ਜਾਣਗੇ। ਉਹਦਾ ਖੁਲਾ ਜੇ ਬਾਣੀ 'ਚ ਵੇਖੋ ਨੀਚ ਕਰਮਾਂ ਦਾ ਖੁਲਾਸਾ ਹੈ। ਇੱਕ ਪਾਠ ਹੁੰਦਾ ਗੁਰੂ ਰਾਮਦਾਸ ਜੀ ਦਾ, ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨਰਸ ਲਾਇਆ। ਹਰ ਪ੍ਰਭ ਚਿੱਤ ਨਾ ਆਵੀ ਕਿਉਂ ਛੂਟਾਂ, ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਪਰ ਧਨ 'ਚ ਨਿੰਦਿਆ ਚੁਗਲੀ 'ਚ। ਇੱਥੇ ਇੱਕੋ ਗੱਲ ਕਹੀ, ਤੈਨੂੰ ਕਹਿੰਦਿਆਂ ਸ਼ਰਮ ਆਵੇਗੀ ਮੈਂ ਕਿਹੜੇ ਕਰਮ ਕੀਤੇ। ਹੇ ਸਤਿਗੁਰੂ ਫਿਰ ਵੀ ਤੁਸੀਂ ਸਿੱਧੇ ਥੋੜੇ ਸ਼ਬਦ, ਜੇ ਨੀਚ ਕਰਮ ਦੱਸਣੇ ਹੋਣ ਬੜੇ ਸ਼ਬਦ ਵਰਤੇ ਨੇ ਜੀ ਬਾਣੀ 'ਚ ਨੀਚ ਕਰਮਾਂ ਲਈ। ਉਦਣ ਵੀ ਅਸੀਂ ਇੱਕ ਪਾਠ ਕੀਤਾ ਸੀ, ਨਾਨਕ ਨੀਚ ਕਹੇ ਵਿਚਾਰ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੂੰਹ ਦੇਸਾਂ ਦਿਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ। ਇੱਥੇ ਇੱਕੋ ਸ਼ਬਦ ਵਰਤਿਆ ਕਿ ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾਂ, ਬਸ ਇੱਕ ਕਿਰਪਾ ਕਰ ਸ਼ਰਨ ਪਰੇ ਕੀ ਮੇਰੀ ਰੱਖ ਲੈ ਬਸ ਹੁਣ ਤੋਂ। ਮੈਂ ਬੇਨਤੀ ਕਰਾਂ, ਇਹਦੇ ਵੀ ਦੱਸਿਆ ਕਿ ਸਾਡੀ ਮੰਜ਼ਿਲ ਕੀ ਹੈ। ਹੁਣ ਇਸ ਤੋਂ ਬਾਅਦ ਇੱਕ ਬਚਨ ਅਸੀਂ ਹੋਰ ਲਈਏ, ਇਹ ਵੀ ਨਿਤਨੇਮ ਵਿੱਚੋਂ ਵਿੱਚ ਹੀ। ਸੋਹਿਲਾ ਸਾਹਿਬ ਜੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਹਰ ਹਾਲਤ ਵਿੱਚ ਕਰੋ, ਬੈਠ ਕੇ ਕਰੋ, ਜੇ ਬਿਮਾਰ ਹੈ ਕੋਈ ਲੇਟ ਕੇ ਕਰੋ, ਪਰ ਪਾਠ ਜ਼ਰੂਰੀ। 5 ਸ਼ਬਦ ਨੇ ਜੀ, 2.5 ਮਿੰਟ ਨਹੀਂ ਲੱਗਦੇ। 2-2.5 ਮਿੰਟ ਚਲੋ ਬੋਲ ਕੇ ਜੇ ਕਰਨਾ ਹੋਵੇ। ਮਹਾਰਾਜ ਨੇ ਅਖੀਰਲਾ ਸ਼ਬਦ ਪੜੋ, ਕਿਤੇ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ। ਉਸ ਵਿੱਚ ਜਦੋਂ ਅਰਥ ਕਰੋਗੇ ਤੇ ਅਰਥ ਅਖੀਰ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਆ, ਅੱਜ ਤੇਰੀ ਜ਼ਿੰਦਗੀ ਦਾ ਇੱਕ ਦਿਨ ਹੋਰ ਨਿਕਲ ਗਿਆ, ਸੱਚੀ ਮੁੱਚੀ ਉਮਰ ਘਟ ਗਈ। ਉਹ ਮੇਰੇ ਮਿੱਤਰ, ਮੈਂ ਤੈਨੂੰ ਝਿੜਕਦਾ ਵੀ ਨਹੀਂ, ਤੈਨੂੰ ਹੁਕਮ ਵੀ ਨਹੀਂ ਦਿੰਦਾ। ਸੱਚ ਇਹ ਮੈਂ ਤੈਨੂੰ ਕੋਈ ਦਲੀਲ ਨਹੀਂ ਦਿੰਦਾ। ਮੈਂ ਇੱਕੋ ਗੱਲ ਕਹਿਣੀ ਚਾਹੁੰਦਾ, ਮੇਰੇ ਮਿੱਤਰਾ ਮੇਰੀ ਬੇਨਤੀ ਮੰਨ ਲੈ, ਇਹ ਜਨਮ ਦੁਬਾਰਾ ਨਹੀਂ ਲੱਭਣਾ। ਕਰੂੰ ਬੇਨਤੀ ਮੇਰੇ ਮਿੱਤਰ ਤੂੰ ਸੁਣ, ਸ਼ਬਦ ਬੇਨਤੀ ਹੈ, ਭਲਾ ਸਾਡਾ ਹੋਣਾ ਹੈ। ਗੁਰੂ ਅਰਜਨ ਸਾਹਿਬ ਬਚਨ ਕਰ ਰਿਹਾ, ਕਰੂੰ ਬੇਨਤੀ ਸੁਣੋ ਮੇਰੇ ਮੀਤਾ, ਜਨਮ ਪਦਾਰਥ ਜੀਤ। ਜੇ ਜਿਤਨਾ ਹੈ ਮੇਰੀ ਬੇਨਤੀ ਸੁਣ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਆਂ ਖਾਂਡ ਚਲੋ ਹਰ ਲਾਹਾ ਆਗੇ ਜਨਮ ਪਦਾਰਥ। ਅੱਗੇ ਸੌਖੀ ਵਸੇਗਾ, ਆਗੇ ਬਸਨ ਸੁਖੇਲਾ, ਔਦ ਘਟੈ। ਇੱਕ ਦਿਨ ਹੋਰ ਘਟ ਗਿਆ ਤੇਰਾ। ਕਿਵੇਂ? ਦਿਨ ਸਰੈਣ ਆਰੇ, ਦਿਨ ਤੇ ਰਾਤ ਕਰਕੇ ਮਨ ਗੁਰਮਿਲ ਕਾਜ ਸਵਾਰੇ। ਇਹ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੇ ਇਹੋ ਰਸ। ਅਕਥ ਕਥਾ ਤਿਨ ਜਾਨੀ, ਜਾਂ ਕੋ ਆਏ ਸੋਈ ਬਿਹਾਜੋ। ਤੂੰ ਜਨਮ ਪਦਾਰਥ ਜਿੱਤਨ ਆਇਆ ਹੈ, ਜਾਂ ਕੋ ਆਏ ਸੋਈ ਬਿਹਾਜੋ। ਪਰ ਕਿੱਥੋਂ ਵਿਆਜੋ? ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਦੁਬਾਰਾ ਫੇਰੇ ਨਹੀਂ ਪੈਣਗੇ। ਜੇ ਤੂੰ ਇਹ ਕੰਮ ਕਰ ਲੈ, ਹਰ ਗੁਰ ਤੇ ਮਨੈ ਬਸੇਰਾ। ਮੈਂ ਸਿਰਫ 2 ਸ਼ਬਦ ਇਸ ਕਰਕੇ ਨਿਤਨੇਮ ਦੀ ਬਾਣੀ ਚੋਂ ਲਏ ਵੀ ਸਾਡੀ ਜ਼ਿੰਦਗੀ ਦਾ ਮਕਸਦ, ਸਾਡਾ ਮਨੋਰਥ ਕੀ ਹੈ। ਉਸ ਤੋਂ ਅੱਗੇ ਬਾਣੀ 'ਚ ਅਸੀਂ ਦੇਖੀਏ ਕਿ ਸੱਚ ਇਹ ਵੇ, ਇਸ ਜਨਮ ਨੂੰ ਨਾਮ ਤੋਂ ਬਿਨਾਂ ਕੋਈ ਜਿਤਾ ਹੀ ਨਹੀਂ ਸਕਦਾ। ਗੁਰੂ ਸਾਹਿਬ ਜੀ ਨੇ ਇਹ ਬਾਣੀ 'ਚ ਸ਼ਬਦ ਕਹੇ ਨੇ ਕਿ ਇਹ ਨਾਮ ਹੀ ਹੈ ਕਿ ਜਿੰਨਾ ਨਾਮ ਨਾਲ ਤੂੰ ਜੁੜੇਗਾ ਉਹਨਾਂ ਤੇਰਾ ਪਰਮੇਸ਼ਵਰ ਨਾਲ ਰਿਸ਼ਤਾ ਬਣੇਗਾ। ਜਿੰਨਾ ਤੂੰ ਪਰਮੇਸ਼ਵਰ ਜੀ ਨਾਲ ਜੁੜੇਗਾ ਉਹਨਾਂ ਤੇਰੇ ਔਗਣ ਝੜੀ ਜਾਣਗੇ, ਰੂਹਾਨੀ ਗੁਣ ਪ੍ਰਗਟ ਹੋਣਗੇ। ਇਹ ਨਾਮ ਤੈਨੂੰ ਨਾਮੀ ਵਿੱਚ ਅਭੇਦ ਕਰਦਾ ਹੈਗਾ। ਗੁਰੂ ਸਾਹਿਬ ਜੀ ਤੋਂ ਪੁੱਛੀਏ, ਫਿਰ ਆਪਾਂ ਰੋਜ਼ ਭਾਵੇਂ ਨਾਮ ਦੀ ਗੱਲ ਕਰਨੇ ਪਏ ਤੇ ਦਾਸ ਇਹ ਵੀ ਰੋਜ਼ ਕਹਿ ਰਿਹਾ
कि नाम तो बिना कोई थां कोई शब्द ऐसा नहीं जिस ਵਿੱਚ सच्चे पातशाह जी ने नाम का जिक्र नहीं किया। सतगुरु गुरु ग्रंथ साहिब की बाणी च एक महाराज जी का बचन है कि नाम विच ही सारियां बरकतां ने। ये भी क्या तू बैठ के जब तू लम्मा पै हुण कई बारी जी नाम का संबंध मैं क्या संगती रूप च आप संगत भी तां जापने आ सच्ची मुच्ची नाम मल्टीपल हो जाता है। तुसीं देखो एक ने वैगुरू कहना ते इन्नियां ने वैगुरू कहना, एक दी पुकार ते इन्नियां दी पुकार विच बड़ा फर्क है। ये उस दे दर ते पुकार है। वो नाम जिहड़ा है वो सानू कित्थों तक पहुँचाता है। गुरु साहिब का एक बचन है कि सो ऐसा हर नाम ध्याइए मन मेरे जो सबना ऊपर हुक्म चलाए। उस परमात्मा दे नाम नू तू ध्यास उन्हों जप। सो ऐसा हर नाम ध्याइए मन मेरे जो सबना ऊपर हुक्म चलाए। जिस दा हुक्म सारी कायनात ते चलदा है उस दे नाम नू तू क्यों नहीं जपदा पिया। सो ऐसा हर नाम जपिए मन मेरे जो अंती अवसर लै छड़ाए। जिहड़ा अंतले समय तेनू छड़ा देगा। फिर सुनियो उसनू जप जिहदा हुक्म सब थाई, उसनू जप जिहड़ा अंतले समय तेनू छड़ाएगा। सो ऐसा हर नाम जपिए मन मेरे जो मन की तृष्णा सब भुख गवाए। सब भुख जिहड़ी नाम तो बिना नहीं गवा सकती। मैं अज कल शायद बेनती की सी बीबी दौलतां दाई बारे, अज भी मैं सुबारस की। संतोख का अर्थ वक्ती नहीं करना। गुरमुखो जिवें मान लो मैं रोटी खा ली मैं रज गया जी बस सबर संतोख है। संतोख का अर्थ अमीरी भी नहीं भी मेरा हुण घर वड्डा बन गया बस हुण मैं रज गया। नहीं गुरमुखो संतोख अंदर दी वो अवस्था है जिवें भी जिथे भी जिस तरह भी तू रखें वो चंगा लगन लग पवे, भावें वो झौंपड़ी होवे भावें सड़क का किनारा होवे। संतोख का अर्थ नहीं मेरी लोड़ पूरी हो गई। इसका मतलब इन्ना को मैनूं चाहिदा सी मिल गया। गुरु साहिब का एक बचन हुंदा रुखो भोजन भूम सैन। रुखी रोटी ते जमीन ते समाउणा किड्डा वा सर्वे सबर है जी। रुखो भोजन भूम सैन सखी प्रै संग सूख बिहात। परमात्मा का नाम है तो वह रुखी रोटी ते भोजन भी चंगा। इत्थे महाराज ने कहा नाम अंदर दी तृष्णा बुझाता है। सो ऐसा हर नाम जपिए मन मेरे जो मन की तृष्णा सब भोग गवाए। सो गुरमुख नाम जपिया वडभागी ते निंदक दुष्ट सब पैरी पाए। गुरमुखो जे रिएक्ट करांगे ना अज जो साडे पंथ च हो रहा जी, मेरा ख्याल अगे अंदर भरिया हुंदा सी जी। हुण आ फोन जिहदे मूँह च जो आउंदा है ठक करके लाया अगले तो ओदा वो जवाब दे रहा ओदा वो जवाब दे रहा। मैं किसी का जवाब नहीं देन लगा। सच एवे जिन्ना रिएक्ट करोगे अग उन्नी बलेगी। फिर आप कहेंगे जी असीं सच नहीं बोलना तो कौन बोले। सच फोना ते नहीं बोलिया जाता। सच एवे कि दीवा बलदा पिया सी ते किसी ने कहा कि देख के आओ दीवा बलदा पिया। एक कीड़ा गया वो गया कहता बलदा पिया लट लट करके बलदा पिया। उन्हें कहा फिर तू पतंगा है ही कोई नहीं। उन्हें कहा क्यों कहता जो बलदा हो पतंगे वापस नहीं आते होंगे। सच्चाई तो सच्चाई है ना। मैं फिर अर्ज करांगा जे किसी दिन सच की व्याख्या की गल चली साडा सच भी बुध कतल ते है। गुरमुखो फिर अर्ज करा कि वो सच हुण जे आप रिएक्ट करी जाएंगे बोली जाएंगे। मैं कई बारी सोचना कि जेड़े बंदे लगातार एक दूजे नूं गुत्थम गुत्था होए बैठे ने ईमानदारी नाल दसन उहदा नितनेम च मन लगदा होवेगा किते किते सिमरन च अंदर टिकदा होवेगा। इहदा मतलब अंदर इन्ना को खलारा पै चुका है पुछो कुछ ना। अपना खलारा समेटिया नहीं जाता वो खलारा असीं संगत भी सट्टने। खलारा तो अपने अंदर दा है। हुण जे मान लो कोई निंदिया भी करदा है कोई इस दुनिया च सिर्फ दुख उदों लगता है जो सानू पता लग जाता फलाना निंदिया कर रहा है तो जो चुप करके साडे सामने बैठा सानू पता ना लगे कोई प्रॉब्लम नहीं। प्रॉब्लम होंदो जो पता लग जाता मेरा विरोधी है फिर बंदा कल्पदा जे उंज भावें संगत तुरिया फिरदे पता लगन नाल दुख लगता है। गुरु साहब कहंदे आ तू नाम जप। सो ऐसा हर नाम जपिए मन मेरे
जो मन की तृष्णा सा भोग गवाए, सो गुरमुख नाम जपया वड भागी, तिन निंदक दुष्ट सब पैरी पाए, नानक नाम आराध सबना ते वड्डा। नाम ध्यान साजना सबना तो वड्डा, नानक नाम आराध सबना ते वड्डा, सब नाम है अगे आन निवाए। नाम अगे हर चीज झुकदी है। गुरु साहिब जी की बाणी चो आओ दर्शन करिए। जन्म नूं जितन दे तरीके गुरु साहिब ने सिमरन ते सेवा दिते ने। कीर्तन जी जन्म जितन का तरीका है, बाणी पढ़न की तरीका है। उस गुरसुख दे दर्शन करिए। मेरा चित सी कि सन्मान योग भाई साहब भाई मरदाना जी, कई बार जिक्र भी आपां कीता, अज मन च आया भी उसने गल दसी शरीर छड्डन तो पहला कि बाबे दी रबाब दे कीर्तन ने मैनू की दिता है। उस गुरमुख ने 50 साल के करीब, चलो भावें 48 साल कुछ विद्वान कहते हैं, अद्धी सदी उन्हें बाबा जी नाल कीर्तन किया है। भाई साहब जी ने, भाई मरदाना जी ने, गुरु नानक साहब महाराज उस आवाज सिर्फ इन्नी देंदे सन, मरदानिया रबाब छेड़ काई सिफत करिए खुदा दे दीदार दी। वो इन्ना सूझवान सी जी। एक शब्द कहना मरदानिया, पर यह भी मैनू पता है भी संगत विच ये भी प्रचलित है, मरदानिया रबाब छेड़ बाणी आई है। इन्ना रब ने गुरु ने कृपा की, एक सुर बाबा जी ने लानी, मैं कहना एक आलाप शुरू करना, उस वक्त मरदाने ने पकड़ लेना, उस राग दियां सुरां ला देनियां। एवें कहना हुण सज्जन ठग दे कर आपां कीर्तन कथा करने घरों कुछ ना कुछ पढ़ के आने ना, भी आ शब्द कह कीर्तनियां भी सोचन गया शब्द पढ़ांगे। मैं कहना मरदाने का अभ्यास की सी, ये थोड़ा अभ्यास किया भी सज्जन ठग दे घर रात आ शब्द उचारने मरदाना तैयारी कर लीए। सुनो इस गल, ये थोड़ा तैयारी की भी आ शब्द अज उचारना, बाबा जी ने पहला क्या उचार ली फिर उत्ते बोलांगे। पे ना एडी बख्शिश जी, इको दम शब्द धुर अंदर तो प्रगट हो रहा है, आवाज देंदे ने मरदानिया तार छेड़ रबाब छेड़ बाणी आई है। बाबे दा सिख कपड़ा खोल के वही तार छेड़ देंदा जो कुछ बाबे ने गाना है, वो कुछ छेड़ देंदा। महाराज जी सच्चे पातशाह गाउंदे आ, मरदाना सुनदा ते हर कीर्तन उन्हां जरूरी नहीं संगत सामने कीता है। जंगल बियां बाना ये भी सवेरे जो कीर्तन का प्रोजैक्ट सबजैक्ट चलेगा अर्ज करांगा। कीर्तन हुंदा है, मैनूं याद है डॉक्टर बलबीर सिंह भाई वीर सिंह जी के भराता, उन्हें एक गल कही सी, वो कहता है गुरु नानक शब्द है मरदाना सुरत है। समझाण लई जदों किते सुरत तिलकन लगदी डिगन लगदी है, शब्द उन्होंने तिलकन ते डिगन तो बचा लैंदा है। गुरु नानक साहब नूं बचा लेंदे ने, बोच लेंदे ने उन्होंने। भाई साहब का अंतला समा कैसा है, जिंदगी जित के किवें कोई जांदा है। अंतला समा कुछ विद्वान कहते खुरम दरिया, कुछ सज्जन कहते करतारपुर की गल। हुण जदों अंतला समा हुंदा है ते महाराज भाई साहब ने कुछ बचन करते हैं। ये असल च ना बाले वाली जन्म साखी च किसी होर च नहीं, ये दरअसल भाई मनी सिंह वाली जन्म साखी च है। एक शब्द कहते ने मरदानिया तू शरीर त्यागन लगा है, साडा साथी रहा है। मरदानिया तेरे जान तो बाद तेनू दाग की दईए, तेरे शरीर नूं किवें समेटीए। तू चाहे तो इनू जल प्रवाह करिए जिहड़े 4 वर्ण ने, तेनू अग च भेट करिए, तेनू मिट्टी च दफना दईए। शब्द वरत्या तेनू पारसियां की तरह रहन दईए। कहते ने उस वक्त अख खोल के क्या बाबा तेरे शब्द की प्रीत ने तो मैनू वरना तो ऊपर चुक दिता है, तेरे शब्द की मुहब्बत ने मैनू ऊपर चुक दिता इन्हां गल्लां तो। तेरे शब्द नूं गाया, ये रीतां तो मैं ऊपर उठ गया, तू उठाया। बाबा जी नाल कहंदे ने वे मरदानिया जी हजूर कहंदे तू ब्रह्म नूं पछाता, तू ब्राह्मण होया। हुण इहदे अर्थ गोत नाल नहीं करने,
कहो कबीर जो ब्रह्म विचार है सो ब्राह्मण कहियत है हमारे। ब्रह्म बिंदै तिसदा ब्रह्मत रहे, एक शब्द लिवलाए नव निधि 18 सिद्धि पिछे लगियां फिरें जो हर हिरदै सदा वसाए। ब्रह्म नूं पछाता। ये एक दिन मैं भी बेनती की बाणी च भगत कबीर जी नामदेव जी अपने अपनी ये शब्द वरते। नामदेव कहते हैं छिपे के जन्म काहे को आया। कबीर जी कहते जात जुलाहा मत का तीर। पर जदों गुरु अमरदास जी नूं पढ़ीदा वो कहते नहीं ये दोवें ब्राह्मण बन गए ने, ना छिंबा है ते ना जुलाहा है। ये तुका ने नामा छिंबा कबीर जुलाहा पूरे गुरते गत पाई। अगली तो कह रही है ब्रह्म के बेटे। ये ब्रह्म नूं जानन वाले ने, ब्राह्मण ने। ब्रह्म के बेटे शब्द पछाणे खौमे जात गवाई। हंगता वाली जात खत्म हो चुकी है। कहते ने इन्ने उच्चे ब्राह्मण बन गए ने। सुर नर तिन की बाणी गावे कोई ना मेटे। भाई इन्हां दी बाणी उच्चे देवते गाउंदे पिया। महाराज कहंदे तू ब्राह्मण नूं पछाता, तू ब्राह्मण होया। सुनियो अगली बेनती। सतगुरु फिर कहंदे आ शब्द वरदे आ कि मरदाने नूं तेरे जान तो बाद कबर च तेनों दफना देंगे, पत्थर लावांगे, तेरी पूजा कराइए। सुनो इस बेनती नूं। ये च नहीं तल पैना भी कबरां दी पूजा कराइए। बस उत्थे खीरले जिहड़े बचन कह बाबा तेरे शब्द ने मैनू चमड़े की कबर चों बाहर कढ़ दिता है। आ चम की कबर है ना, तो आप जी दे शब्द ने चम की कबर चों बाहर कढ़िया। हुण ये ना करियो कि चम की कबर चों कढ़ के पत्थर की कबर च दे दिओ। फिर कित्थे बाबा जिथे तेरा वासा होवेगा उत्थे मैनू रखी, जिथे तेरा वासा उत्थे मैनू रखी। महाराज जी ने शब्द क्या मरदानिया अज जित गया है। सचमुच कीर्तन करने वाला जिस मौत तो लोग भय खांदे आ, जिहड़े तरले करदे आ थां मिले, शब्द दा गवैया शब्द नूं गाण वाला गुरु नानक साहब दी किरपा नाल जीवन दी बाजी जित के जा रहा है। गुरु दी झोली च ओहदे सवास निकलदे आ। महाराज वापस आउंदे आ। कुछ विद्वान कहंदे ने जल प्रवाह कीता, वापस आउंदे आ ते आवाज़ देंदे ने कि सजादे नूं बुला के लियाओ। ये जिक्र बाले वाली जन्म साखी च है कि जाओ बुला के लियाओ। बुलान जांदे आ। भाई मरदाना जी का बेटा उन्होंने पता मेरा बाबा आया। एक तो बाबा सतगुरु जी नूं कहंदा, एक वो अपने बापू नूं कहंदा अब्बा नूं, मेरा अब्बा आ गया। जदों आउंदा हजूर बैठे ने, भाई बाले का जिक्र बैठे ने, प्रचार च फिर देखदा अब्बू नहीं, मेरा बाप नहीं दिसदा। अंदर नूं थोड़ी जी महसूस होया। महाराज जी नूं आके मत्था टेकदा है ते गुरु साहब जी नूं मत्था टेक के काली नाल पुछदा है बाबा जी मेरा अब्बू नहीं आया, मेरे अब्बा नहीं आए, कित्थे ने? सतगुरु सिर ते हथ रख कहंदे सजादिया तेरा अब्बू अपने घर चला गया है, वो जित के गया है। तेरा अब्बू अपने घर गया, पुत्र है। इको दम मन भर आया, कहन लगे वो चलाना कर गए ने, वो अपने घर चला गया। अखां भिजन लगियां। नाल ही महाराज कहंदे आ सजादिया उन्हां नूं कदी नहीं रोईदा जिहड़े अपने घर जांदे ने, जिहड़े घरों भटक जाण रोईदा उन्हां नूं है, अपने घर जाण वालियां नूं नहीं। वो अपने घर चला गया है तेरा अब्बा। फिर वही रवाब गुरमुखो जिहड़ी मरदाने ने चुकी, बाबा जी वही रबाब चलाने तो बाद अपने मोढे नाल ला के लै। मित्र दी रबाब, यार कह लो, मित्र कह लो, भाई कह लो, सिख कह लो, मुरीद कह लो, वही रबाब चुकी। कहन लगे तेरे अब्बू घर नूं चले गए। सचमुच जी घर जाया नूं कदी नहीं रोईदा। कबीर संत मुवे क्या रोईए जो अपने ग्रह जाए, रोवो साकत बापड़े जो खाटा हाट बकाहे बिकाहे। महाराज बचन कर दे अपने घर चले गए, रबाब पकड़ के ना रखी।
कहन लगे उन सजादिया में जिहड़ी गल अज पढ़ी उत्थे कहन लगे कि चलाने तो बाद पुत्तर नूं पग देंदे ने, इस तरह सी। हुण तू बोल तैनूं सरोपा किहड़ा देहां। सुनो, एक दुनियादारी दा सरोपा है, एक आ रबाब पई है, तेरे अबू भी आंदा सी, तैनूं दस किहड़ा सरोपा देहां। कहंदे ने उस वक्त भाई सजादे ने बेटे ने बरदाना जिन्हें हथ जोड़ के कहा, बाबा मैनू वो कुछ दई जो मेरे अब्बू नूं दिता सी, बस वो दई जो मेरे अब्बा नूं दिता। मैं उस दिन भी कहा, इस प्यारे दे जान तो बाद गुरु नानक लम्मी उदासी ते नहीं गए, नहीं, वो कुछ दे जो कुछ मेरे अब्बा नूं दिता। महाराज जी ने रबां पकड़ाई, कहन लगे लै सजादिया जो तेरे प्यो नूं दिता वो तेनू भी दिता, दो ही थाई निहाल। मैं एक बेनती करांगा, जाना तो है ना, पर सच जे कीर्तन करने वाला जन्म पदार्थ जितेगा। दूसरी गल, मन चाहेगा आपां ते कीर्तन नहीं आउंदा। गुरमुखो भांडे मांजन वालिओ, झाड़ू लाण वालिओ, सच जे सेवा करोगे तो जिंदगी की बाजी जित के जाओगे। एक बचन महाराज जी का जी, मैं बोल रहा, नाम ध्यान साजना जन्म पदार्थ जीत। महाराज शब्द वरदे आ, इत तन लग गए बाणियां। जिसनों बाणी लग जाए दे अर्थ आपां कीते सन, पाठ आपां करने, लड़ियां भी चलदियां ने हर थां, पर लगदी थोड़ा जी सारियां नूं बाणी। बाणी लगदी उन्हां नूं जिन्हां ते रब दी किरपा हो जाए, लगण दा अर्थ असर हो जाना। इतन लग गए बाणियां, सुख होवै सेव कमाणियां, सब दुनिया आवन जानियां। जे जन्म पदार्थ जितना विच दुनिया सेव कमाई है तां ओदी हजूरी च जित के जाएगा। तां दरगह बैसन पाई है। अगे महाराज कहंदे कहो नानक बांह लुढ़ाइए। फिर अर्ज है कि महाराज का एक बचन खो। वैसे तो अनेकां शब्द ने जी, ते दास की इच्छा ये हुंदी है तां ज़्यादा ये नहीं कि आप विखावा करने बाणी चेते करके प्रमाण। मेरी इच्छा हुंदी है कि कथा भी दाता तू एक दिन सिमरन बना दे, कथा च मन टिक जाए। जदों बाहर जाए तेरी बाणी का इहो जी थौड़ा वजे, ये फिर वापस मुड़ आए। गुरु साहब का एक बचन है जी कि जिहड़ा नाम जपेगा सेवा करेगा। महाराज शब्द वरत रहा कि देखो वो मालक दे घर च जाए। एक शब्द है गुरु साहब का, है तो आप सारे व्यापारी जी, सारे व्यापार करना है, ते धर्म जिहड़ा है वो देखदा पिया किहड़े चंगे ते किहड़े मंदे कर्म। एक श्लोक हुंदा महाराज का, दोए दीवे 14 हट नाले, गुरु नानक साहब का श्लोक है। जेते जी तेते वणजारे, दोए दीवे। दोए दीवे का लफ्जी अर्थ इस प्लैनेट नाल जोड़ के करांगे, याद रखियो। हुण जे कोई ये कहन लग पे जी ये तो महाराज दे बाणी च दो क्या चंद्रमा ते सूरज दो दीवे, इत्थे तां पता नहीं किन्ने कुछ चंद्रमा ने। इत्थे जदों गुरु जी गल कर रहे आ इस प्लैनेट के वसनीकां लई कर लिया। दोए दीवे चंद्रमा ते सूरज दो दीवे ने रब ने पैदा किए। 14 हट नाले 14 तबक। गुरमुखो ये भी आप बाणी पढ़न वाले पता है, गुरबाणी 3 लोगों का जिक्र भी करती, सुरग मच प्याले। उंज जे 14 लोक गुरु जी कहते ने, यदी इंटरप्रटेशन ये नहीं करनी कि गुरु साहब सिर्फ 14 मनते आ। जदों 14 शब्द कहता यदा मतलब एक हो जे जो कोई तू रचिया है। बहुत बाबा जी तो कहते हैं पाताला पाताल लख आगासां आगास। गुरु गोबिंद सिंह भी ये शब्द वरते, लोक 14 के बिकै जग जाप ही जे जाप। इत्थे 14 लोक का अर्थ जो कोई तू बनाया है। हालां मैनूं पौधा 14 लोक इस्लामिक विश्वास है, 14 तबक की गल करते। इत्थे महाराज कहते चंद्रमा ते सूरज दो दीवे ने, 14 तबक जेड़े ने जो कोई तू रचिया। परमात्मा ये खट नाले ये बाजार ने। तो पिछली बार भी कहा सी, आप सूझवान बैठे हो, बहुत घट जिथे घर विच दुकान विच घर होवे हुंदा कई की थावां, पर बहुत गिनती च आप बाजार जाते हो, घर वखरे ने बाजार वखरे ने। प्यारिओ जिन्हां दियां दुकानां चल जाण उन्हां दे घर भी कमाल दे बनदे आ, जिन्हां दियां दुकानां डुब जाण उन्हां दे घर भी विक जांदे हुंदे आ। आ जो कुछ रचिया ये बाजार है, आ जिहड़े सवास मिले ने पूंजी है।
जिस दिन दी धरती साजी ये बाजार है, सारे जीव वणजारे खां। गुरु साहब कहते आ तू अपनी दुकान ना फेल होण दे, दुकान विच कुछ कमाएगा। जिवें दुकान बाहर काम करना है ते रहण दे घर वखरे हुंदे आ। जे इस जन्म विच दुकान च कुछ कमा गया ते रब दे घर विच तेरा टिकाणा पक्का बन जाएगा। बाजार ना लुटाई, दुकान ना लुटाई। महाराज शब्द वरदे ने, दोए दीवे 14 खट नाले, जेते जी तेते वणजारे। सारे जी व्यापारी ने, खुले हट होवा व्यापार। हट दर ते जिदन दी सृष्टि रची, जो पहुंचा सो चलन हार। जेड़ा आया उन्हें जान दी तैयारी की, जो पहुंचा सो चलन हार। धर्म दलाल, जो कुछ तू कर्म कर रहे हैं, धर्मराज निशानियां पा रहा, ये कच्चा ये पक्का। धर्म दलाल पाए निशान, नानक नाम लाहा परवान। घर आए वजी वधाई, नाम ध्यान साजना। घर आए वजी वधाई, साच नाम की मिली बिठाई। महाराज कहते भाई तू अपना जन्म जितना, इत्थे शब्द वरत्या नाम ध्यान साजना। इत्थे साजना का अर्थ चंगे पुरख। उंज गुरमुखो ये साजन का अर्थ रब भी आया बाणी च, साजन का अर्थ गुरु भी आया है, साजन का अर्थ गुरमुख भी आया है। जिमें ऐसे एक पाठ करने आ, आवो सज्जना हुण देखा दर्शन तेरा राम। वाहिगुरु जी नूं पुकारिया है। साजना संत आओ मेरे, गुरमुख नूं पुकारिया है। जिमें आप पाठ करते हो, हम घर साजन आए, बहुवचन च है गुरमुख प्रेमी। जा आप पाठ ही कर दो, सज्जन सही नाल में चलद्या नाल चलन। जिथे लेखा मंगी है तिथे खड़े दिसन परमात्मा गुरु। जदों पाठ कर दो सज्जन सच्चा पातशाह। इत्थे साजना बहुवचन विच है, कोई शक नहीं। इहदे विच कह रहा ओ सज्जन ओ गुरमुख जिन्हां ने नाम नूं ध्याया है। नाम ध्यायन साजना। उन्हां की कीता जन्म पदार्थ जीत। जनर रूपी पदार्थ नूं जित के गए, बिल्कुल हार के नहीं गए। इनू बाबा जी ने कहा गुरमुख जन्म सवार दरगाह चलिया। ये है जन्म सवार। एक बार मैं अर्ज की कार्ड हूं तो पता नहीं, मेरा ख्याल नहीं छपते, कार्ड वाला काम ही निबड़ गया। फोन आ गया जी, तो वो जो कार्ड लिखते से उत्ते उत्ते भावें कोई दारू नाल मर गया, डेग के मर गया, बदफैली करदा मर गया, वो उदन सारी भी गुरमुख जन्म सवार दरगाह चलिया। तो उत्ते लिखते होंगे सन करके ना जी, गुरमुख जन्म सवार दरगाह चलिया। थले आप जी नूं बड़े दुखी हिरदे नाल सूचित किया जाता है। मैनूं दसो कदी सवारी चीज़ तो दुख हुंदा है, विगड़ी तो हुंदा भी दुख, गड्डी बिगड़ गई। कदी कोई कहंदा भी चल पई मैनूं बड़ा दुख लगता पे। एक जां सवारा ना लिखो तो जां दुखी ना लिखो, दो गल्लां नहीं चलनियां। असल च उन्हां लई गुरमुख जन्म सवार दरगाह चलिया। सच्ची दरगाह जाए सच्चा पिड़ मलिया। गुरमुखो देखो रहिंदा साडी तरह दुनिया च। एक पौड़ी मैं आप जी नूं होर सुना दियां। वाट वटाऊ वाट वटाऊ रात सराई वसिया। उठ चलिया प्रभात मार्ग दसिया। मुया ना पुछे जात विवाह ना खसिया। दाता करे जो दात ना भुखा तसिया। गुरमुख सिमरन वात कमल विगसिया। भाई साहब ने कहा किवें जित के जाते हैं। बड़ी सोहनी उदाहरण है जी। वाट वटाऊ रात सराई वसिया। वाट का अर्थ हुंदा रस्ता। इनू गुरबाणी च बब्बे नाल भी वरत्या। बटाऊ सो जो लाभा ने। वाट ते वटाऊ दोनों शब्द। बटाऊ का अर्थ ये भी शब्द जी हरियाणवी च बड़ा वरतने। बटाऊ बटाऊ का अर्थ हुंदा प्राहुणा, मेहमान। उंज बटाऊ का अर्थ प्राहुणे की थां ते ओवे जिन्हें टिकना कोई नहीं, ये सफर विच गए। वटाऊ का अर्थ है ये एक दा दिन। ये शब्द एक अतिथि भी इस तरह है जी। एक दिन मर्ज की सी, हुण तां चलो दस के फोन करके आउने सी आइए कि ना। अतिथि का अर्थ ही हुंदा सी जिहड़ा तरीक दसन तो बिना आ जाता है। तिथि का अर्थ हुंदा तरीक। ऐड़ा गेतर लाया अतिथि, तरीक कोई नहीं दसनी, उन्हें उंज ही आ जाना है। हुण इत्थे शब्द है बाट। वाट वाट वटाऊ रस्ते ते चलन वाला। रात सराई वसिया। सरावां सन जी। उन्हें क्या मैं मंजिल ते पहुंचना, थक गया, आराम कर ला। अगे भाई साहब कहते आ
ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ। ਉਹ ਕਹਿੰਦਾ ਜੋ ਕੋਈ ਦੇ ਦਿੱਤਾ ਨਹੀਂ ਸਰਾਂ 'ਚ, ਜਿਹੜਾ ਕਮਰਾ ਮਿਲਿਆ ਚਲੋ ਖੋਲ ਲਿਆ। ਸੱਚ ਇਹ ਵੇ ਉੱਥੇ ਲੇਟ ਗਿਆ ਜੋ ਮਿਲਿਆ। ਪਰ ਹੁਣ ਮੈਨੂੰ ਪਤਾ ਕਈਆਂ ਦੇ ਮਨ 'ਚ ਨਾ ਅੰਮ੍ਰਿਤਸਰੀਆਂ ਸਰਾਵਾਂ ਚੱਲ ਪਈਆਂ ਹੋਣੀਆਂ, ਬੜੇ ਬੇਈਮਾਨ ਬੰਦੇ ਸਾਨੂੰ ਕਮਰੇ ਕੋਈ ਨਹੀਂ ਦਿੰਦੇ। ਸੱਚੀ ਮੁੱਚੀ ਚੱਲਦਾ ਜੀ। ਤੇ ਇਹ ਤੁਸੀਂ ਵੀ ਸੱਚੇ ਹੋ। ਚਾਬੀਆਂ ਮੈਂਬਰ ਘਰਾਂ 'ਚ ਪਾ ਕੇ ਸੁੱਤੇ ਹੁੰਦੇ ਆ, ਕਮਰਿਆਂ ਨੂੰ ਤਾਲੇ ਲੱਗੇ ਹੁੰਦੇ ਆ। ਮੇਰੇ ਨਾਲ ਵਾਪਰਿਆ ਹੈ ਨਾ। ਮੈਂ ਫਿਰ ਵੀ ਤੁਹਾਨੂੰ ਬੇਨਤੀ ਕਰਾਂਗੇ, ਇਹ ਉਸ ਗੁਰਮੁਖ ਦੀ ਗੱਲ ਕਰ ਰਿਹਾ ਕਿ ਜਿਹੜਾ ਬੰਦਾ ਸੱਚ ਇਹ ਵੇ ਸਰਾਂ 'ਚ ਰਿਹਾ, ਉਹਨੂੰ ਕਮਰਾ ਦਿੱਤਾ, ਉਹਨੇ ਕਿਹਾ ਠੀਕ, ਜੋ ਰੋਟੀ ਪਾਣੀ ਦਿੱਤਾ ਠੀਕ। ਦੂਜਾ ਉਹ ਸਾਰੀ ਰਾਤ ਲੜਦਾ ਹੀ ਰਿਹਾ, ਮੈਨੂੰ ਕੀ ਦਿੱਤਾ ਕੀ ਕੀਤਾ। ਤੇ ਸੱਚੀ ਮੁੱਚੀ ਕਈ ਵਾਰੀ ਮੈਂ ਦੇਖਣਾ ਜਦੋਂ ਮੰਜੀ ਸਾਹਿਬ ਜਾਈਦਾ ਕਥਾ ਕਰਨ, ਕਈ ਵਿਚਾਰੇ ਸਾਰੀ ਸਾਰੀ ਰਾਤ ਲੜਦੇ ਨਾ, ਗੁੱਸੇ 'ਚ ਹੀ ਦੇਗ ਲੈ ਕੇ ਮੱਥਾ ਟੇਕਣ ਜਲਦੀ ਜਲਦੀ ਭੱਜ ਜਾਂਦੇ ਆ। ਇਦੋਂ ਚੰਗਾ ਮਣਾ ਤੂੰ ਪ੍ਰਕਰਮਾਂ 'ਚ ਹੀ ਟਿਕ ਜਾ। ਹਜ਼ੂਰ ਨੇ ਇੱਥੇ ਸ਼ਬਦ ਵਰਤੇ ਹੈ ਕਿ ਰਾਤ ਰਿਹਾ। ਤੇ ਉਂਝ ਮੈਂ ਤੁਹਾਨੂੰ ਬੇਨਤੀ ਕਰਾਂ, ਤੁਸੀਂ ਬੈਠੇ ਹੋ ਬਾਹਰ ਦੇ ਸਿੰਘ, ਜੇ ਕਿਸੇ ਭਾਈ ਸਾਹਿਬ ਨੂੰ ਕਿਹਾ ਉਦਣ ਆ ਜਿਹੜਾ ਤੁਸੀਂ ਅਰਦਾਸ 'ਚ ਪੜ੍ਹਦੇ ਹੋ, ਚੌਂਕੀਆਂ ਝੰਡੇ ਬੁੰਗੇ, ਬੁੰਗੇ ਉੱਚੇ ਬੁਰਜ ਦਾ ਨਾਂ ਨਹੀਂ ਸੀ। ਬੁੰਗੇ ਦੇ ਥੱਲੇ ਦੇਖੋ ਕਿੰਨੇ ਕਮਰੇ ਨੇ। ਪੁਰਾਣੇ ਸਮੇਂ ਨਾ ਸਰਾਵਾਂ ਹੁੰਦੀਆਂ ਸਨ ਜ਼ਿਆਦਾ, ਨਾ ਵਿਦਿਆਲਿਆ ਹੁੰਦੇ ਸਨ, ਨਾ ਲੰਗਰਖਾਨੇ ਹੁੰਦੇ ਸਨ। ਉਦੋਂ ਜਿੰਨੇ ਸਰਦਾਰ ਸਨ ਇਹਨਾਂ ਨੇ ਬੁੰਗੇ ਬਣਾਏ ਸਨ। ਰਾਮਗੜੀਆਂ ਦਾ ਬੁੰਗਾ, ਅਕਾਲੀਆਂ ਦਾ ਬੁੰਗਾ, ਗਿਆਨੀਆਂ ਦਾ ਬੁੰਗਾ, ਰਬਾਬੀਆਂ ਦਾ ਬੁੰਗਾ, ਇੱਥੋਂ ਤੱਕ ਰੰਗਰੇਟਿਆਂ ਦਾ ਬੁੰਗਾ। ਕਈ ਬੁੰਗੇ ਸਨ ਜੀ ਅੰਮ੍ਰਿਤਸਰ ਦੀ ਹਿਸਟਰੀ ਵਿੱਚ। ਉਹ ਬੁੰਗੇ ਆਪੋ ਆਪਣੇ ਬਣਾਏ ਸਨ। ਰੁਮਾਲਾ 4 ਲੱਖ ਦਾ ਚੜਾਉਣ ਦੀ ਥਾਂ ਨਾ ਬੜੇ ਰੁਮਾਲੇ ਨੇ। ਕੋਈ 10 ਸਰੀਰ ਇਕੱਠੇ ਹੋ ਕੇ 10-15 ਕਮਰਿਆਂ ਦੀ ਸਰਾਂ ਬਣਾ ਛੱਡੋ। ਕਬਜ਼ਾ ਆਪਣੇ ਕੋਲ ਹੀ ਭਾਵੇਂ ਰੱਖੋ, ਘੱਟੋ ਘੱਟ ਗਏ ਨੂੰ ਸਹੂਲਤ ਮਿਲ ਜਾਏਗੀ। ਕੋਈ ਕਿਸੇ ਦਾ ਧਿਆਨ ਨਹੀਂ ਜੀ ਇੱਧਰ। ਉੱਥੇ ਪ੍ਰੋਬਲਮ ਹੈ। ਹੁਣ ਅੱਜ ਤਾਂ ਥਾਂ ਮਿਲਦਾ ਪਿਆ, ਉੱਥੇ ਬਹੁਤ ਮਿਲਦਾ। ਆਉਣ ਵਾਲੇ ਸਮੇਂ ਚੇਤੇ ਰੱਖਿਓ ਦੀ ਇੰਚ ਵੀ ਸੋਨੇ ਦੇ ਭਾਅ ਨਹੀਂ ਮਿਲਦੇ। ਉਸ ਥਾਂ 'ਤੇ ਇੰਨੀਆਂ ਬਰਕਤਾਂ ਵਰਦੀਆਂ ਨੇ, ਇੰਨੀਆਂ ਬਖਸ਼ਾਂ ਵਰਦੀਆਂ ਨੇ। ਤੇ ਜੇ ਮੰਨ ਲਓ ਹੁਣ ਤਾਂ ਅਸੀਂ ਕੀ ਸੰਭਾਲੇ ਕੌਣ। ਇੱਥੇ ਬੈਠੇ ਤੁਸੀਂ ਇੰਡੀਆ ਜਾਂਦੇ ਹੋ ਤੇ ਆਪਣੀ ਦੁਕਾਨ ਨਾਲ ਹੀ ਫੋਨ 'ਚ ਦੇਖੀ ਜਾਂਦੇ ਹੋ, ਉੱਥੋਂ ਦੀ ਉਹ ਇੱਥੇ ਬੈਠਿਆਂ ਤੁਹਾਡੀ ਸਰਾਹ ਨਹੀਂ ਦੱਸੇਗੀ ਕਿਹੜਾ ਬੰਦਾ ਹੈ। ਜੇ ਚੰਗਾ ਲੱਗੇ ਜ਼ਰੂਰ ਪਲੀਜ਼। ਫਿਰ ਉਹਦੇ ਵਿੱਚ ਇਹ ਵੀ ਕਿਸੇ ਨੂੰ ਥਾਂ ਮਿਲ ਜਾਏ, ਕਿੰਨਾ ਕੁ ਖਰਚਾ ਆਉਣਾ ਹੈ। ਮੈਂ ਤਾਂ ਕਿਹਾ ਵੀ ਸੇਵਾ ਤੁਸੀਂ ਆਪਣੇ ਕੋਲ ਹੀ ਰੱਖਿਓ। ਹੋ ਸਕਦਾ ਇਹ ਕਥਾ ਸੁਣ ਕੇ ਅਗਲੇ ਕਹਿਣ ਵੀ ਸਾਡਾ ਵਿਰੋਧ ਹੋ ਰਿਹਾ। ਵਿਰੋਧ ਨਹੀਂ ਹੋ ਰਿਹਾ, ਮੈਨੂੰ ਪਤਾ ਵੀ ਉੱਥੇ ਫਿਰ ਉਹੀ ਸਿਸਟਮ ਲਾਗੂ ਹੋ ਜਾਣਾ ਜਿੰਨਾ ਦੂਜੀਆਂ ਸਰਾਵਾਂ ਦੇਖ। ਅਗਲੀ ਗੱਲ ਮੰਨ ਲਓ ਬਣਾਈ ਵੀ ਹੈ ਸਤਿਗੁਰੂ ਤੋਂ, ਮੈਂ ਹੰਕਾਰ 'ਚ ਨਹੀਂ ਕੋਈ ਸ਼ਬਦ ਕਹਿ ਰਿਹਾ। ਭਾਈ ਸਾਹਿਬ ਕਹਿੰਦੇ ਕਰਨਾ ਹੱਥ ਕਿਉਂ, ਮੈਂ ਤੋਬਾ ਕਰਕੇ ਕਹਿਣਾ। ਜੇ ਅਸੀਂ ਇੱਕ ਰਾਤ ਵੀ ਰਹਾਂਗੇ ਨਾ, ਹਾਲਾਂ ਸਾਡੇ ਕਮਰੇ ਉੱਥੇ ਫਰੀ ਨੇ ਕਥਾ ਵਾਲਿਆਂ ਲਈ, ਨਾ ਕਿਰਾਏ ਤੋਂ ਬਿਨਾਂ ਨਹੀਂ ਰਹਿਣਾ ਆਪਾਂ। ਜੇ ਆਪਾਂ ਹੀ ਗੁਰੂ ਰਾਮਦਾਸ ਨਾਲ ਇਹੋ ਜਿਹਾ ਕਰਾਂਗੇ ਤੇ ਫਿਰ ਆਪਾਂ ਕਿੱਥੇ ਦੇਣਦਾਰ ਹੋਵਾਂਗੇ। ਰੱਬ ਨੇ ਸਭ ਕੁਝ ਦਿੱਤਾ ਹੈ, ਕਿਹੜੀ ਚੀਜ਼ ਦੀ ਕਮੀ। ਨੂੰ ਪਤਾ ਉੱਥੇ ਲੋਕ ਕਈ ਦਿਨ ਰਹਿੰਦੇ ਆ, ਕੋਈ ਕਿਰਾਇਆ ਨਹੀਂ ਦਿੰਦੇ, ਸਿਫਾਰਸ਼ਾਂ ਚੱਲਦੀਆਂ ਨੇ। ਕੋਈ ਨਹੀਂ, ਜਿਉਂਦੇ ਜੀ ਸਭ ਕੁਝ ਕਰ ਲੋਗੇ, ਅੱਗੇ ਕਿਹੜਾ ਮੂੰਹ ਲੈ ਕੇ ਜਾਵਾਂਗੇ। ਮੇਰੀ ਫਿਰ ਬੇਨਤੀ, ਮੈਂ ਚਲੋ ਥੋੜਾ ਜਿਹਾ ਵਿੱਚੋਂ ਨਿਕਲਿਆ, ਇਹ ਬੁੰਗੇ ਹੁੰਦੇ ਸਨ ਸਾਡੇ। ਪਰ ਗੁਰੂ ਸਾਹਿਬ ਕਹਿੰਦੇ ਗੁਰਮੁਖ ਦੀ ਗੱਲ ਕਰ ਰਿਹਾ। ਸਰਾਂ ਵਿੱਚ ਰਾਤ ਰਿਹਾ, ਜੋ ਕੱਪੜਾ ਮਿਲਿਆ ਲੈ ਲਿਆ। ਕਿਸੇ ਨੇ ਕਿਹਾ ਵੀ ਤੂੰ ਇਹੋ ਜਿਹੇ ਕੱਪੜੇ ਲੈ ਲਿਆ ਪੈ ਗਿਆ, ਤੂੰ ਕੋਈ ਸੰਘਰਸ਼ ਨਹੀਂ ਕੀਤਾ। ਉਹ ਕਹਿੰਦਾ ਮੈਨੂੰ ਆਪਣੀ ਮੰਜ਼ਿਲ ਦਿਸਦੀ ਪਈ, ਮੈਂ ਸਿਰਫ ਰਾਤ ਲਈ ਟਿਕਿਆ, ਮੈਂ ਪਹੁੰਚਣਾ ਕਿਤੇ ਹੋਰ ਹੈ। ਗੁਰਮੁਖ ਸਰਾਂ 'ਚ ਝਗੜਾ ਨਹੀਂ ਪਾਉਂਦਾ। ਉਹ ਕਹਿੰਦਾ ਮੇਰੀ ਮੰਜ਼ਿਲ ਜਿਹੜੀ ਹੈ, ਮੈਂ ਜਨਮ ਪਦਾਰਥ ਜਿੱਤਣਾ। ਜੋ ਰੋਟੀ ਮਿਲੀ ਖਾ ਲਈ, ਜੋ ਪਾਣੀ ਮਿਲਿਆ। ਫਿਰ ਹੋਇਆ ਕਿ ਬਟਾਊ ਚੱਲਣ ਲੱਗਿਆ, ਇਹਦੇ ਰਿਸ਼ਤੇ ਬਣੇ। ਜੇ ਵਿਆਹ ਹੋਇਆ, ਸਾਰੇ ਜੀ ਨੱਚੇ ਨੇ। ਮੈਂ ਦੁਨਿਆਵੀ ਕਰ ਰਿਹਾ, ਪਰ ਉਹ ਕਹਿੰਦਾ ਨਹੀਂ, ਇਹ ਵੀ ਇਸ ਸਰਾਂ ਵਿੱਚ ਇੱਕ ਰਸਤੇ ਵਿੱਚ ਕੌਤਕ ਸੀ। ਇਹਦਾ ਜਿਹੜਾ ਅੱਜ ਵਿਆਹ ਹੈ, ਇਹ ਕੱਲ੍ਹ ਨੂੰ ਫਿੱਕਾ ਪੈ ਜਾਣਾ। ਮੇਰੀ ਮੰਜ਼ਿਲ ਇਹ ਨਹੀਂ। ਜੇ ਘਰ 'ਚ ਮਰ ਗਿਆ, ਸਾਰਿਆਂ ਸੋਗ ਪਾਇਆ। ਉਹ ਕਹਿੰਦਾ ਨਹੀਂ, ਇਹ ਵੀ ਇੱਕ ਸਰਾਂ ਦਾ ਹੀ ਤਰੀਕਾ ਹੈ, ਰਾਹ ਦਾ ਨਜ਼ਾਰਾ ਹੈ। ਮਹਾਰਾਜ ਕਹਿੰਦੇ ਨੇ ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ। ਮੂਵੇ ਨਾ ਪੁੱਛੇ ਜ਼ਾਤ, ਵਿਵਾਹ ਨਾ ਹੱਸਿਆ। ਮੋਇਆਂ 'ਚ ਰੋਂਦਾ ਨਹੀਂ, ਵਿਆਹਾਂ 'ਚ ਹੱਸਦਾ ਨਹੀਂ। ਅੱਗੇ ਫਿਰ ਕਹਿੰਦੇ ਦਾਤਾ ਕਰੇ ਜੋ ਦਾਤ ਨਾ ਭੁੱਖਾ ਤਸਿਆ। ਕਦੀ ਨਹੀਂ ਉਲਾਂਭੇ ਦਿੰਦਾ, ਤੂੰ ਭੁੱਖਾ ਰੱਖਿਆ। ਤੂੰ ਮੈਨੂੰ ਪਾਣੀ ਨਾ ਦਿੱਤਾ, ਰੋਟੀ ਨਹੀਂ ਦਿੱਤੀ। ਬਾਬਾ ਜੀ ਕਹਿੰਦੇ ਨੇ ਫਿਰ ਜਦੋਂ ਇਹਦੀ ਮੌਤ ਆਉਂਦੀ ਹੈ ਨਾ,
ਇਹਦਾ ਚਿਹਰਾ ਇਸ ਤਰ੍ਹਾਂ ਖਿੜਦਾ ਜਿਵੇਂ ਕਮਲ ਦਾ ਫੁੱਲ ਖਿੜਦਾ ਹੈ। ਗੁਰਮੁਖ ਸਿਮਰਨ ਬਾਤ ਸਿਮਰਨ ਕਰ ਕਰਕੇ ਕਮਲ ਵੀ ਗਸਿਆ, ਸੱਚੀ ਮੁੱਚੀ ਕਮਲ ਦੀ ਤਰ੍ਹਾਂ। ਜਿਸ ਦਿਨ ਸਮਾਪਤੀ ਮੈਂ ਉਸ ਦਿਨ ਬਾਬਾ ਜੀ ਦਾ ਚਲਾਣਾ ਅਰਜ਼ ਕਰਨਾ। ਜਿਸ ਦਿਨ ਬਾਬਾ ਜੀ ਨੇ ਦੇਹ ਛੱਡੀ, ਇਸ ਤਰ੍ਹਾਂ ਚਿਹਰਾ ਭਖਦਾ ਸੀ ਜਿਵੇਂ ਸੂਰਜ ਆਕਾਸ਼ ਉੱਤੇ ਚਮਕਦਾ ਹੋਵੇ, ਕਿਉਂਕਿ ਸੂਰਜ ਲਾਲੀ ਨਹੀਂ ਕਦੀ ਛੱਡਦਾ, ਚੜ੍ਹਦਾ ਵੀ ਨਹੀਂ ਛੱਡਦਾ ਤੇ ਲਹਿੰਦਾ ਵੀ ਨਹੀਂ ਛੱਡਦਾ। ਕਦੀ ਦੇਖੋ ਚੜ੍ਹਦਾ ਸੂਰਜ ਵੀ ਲਾਲੀ ਮਾਰਦਾ ਹੈ ਤੇ ਜਦੋਂ ਲਹਿੰਦਾ ਉਦੋਂ ਵੀ ਲਾਲੀਆਂ ਛੱਡਦਾ ਹੈ। ਗੁਰਮੁਖ ਆਉਂਦਾ ਵੀ ਲਾਲੀਆਂ ਲੈ ਕੇ ਵੇ ਤੇ ਜਾਂਦਾ ਵੀ ਲਾਲੀਆਂ ਛੱਡਦਾ ਹੈ। ਗੁਰੂ ਸਾਹਿਬ ਸ਼ਬਦ ਵਰਤ ਰਿਹਾ ਕਿ ਭਾਈ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇਂ। ਮੈਂ ਇਹਦੇ ਅਰਥ ਉਹ ਕਰਾਂਗਾ ਕਿ ਪਾਪੀਆਂ ਨੂੰ ਸਜ਼ਾ ਹੈ, ਬੇਨਤੀ ਹੈ, ਤੇ ਜਿਹੜੇ ਧਰਮ ਕਮਾਉਂਦੇ ਨੇ, ਸੱਚ ਇਹ ਵੇ ਕਿ ਨਾਮ ਜਪਣ ਵਾਲਿਆਂ ਨੂੰ ਧਰਮ ਰਾਜ ਵੀ ਕਹਿੰਦਾ, ਕਿਉਂਕਿ ਇਹਦੀ ਗਵਾਹੀ ਬਾਣੀ ਵਿੱਚੋਂ ਮਿਲਦੀ ਹੈ। ਕੱਲ ਅਸੀਂ ਪ੍ਰਮਾਣ ਲਾਇਆ ਸੀ, ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੇ। ਨਾਨਕ ਧਰਮ ਐਸੇ ਚਵੇਂ ਕੀਤੋ ਭਵਨ ਪੁਨੀਤ। ਗੁਰਮੁਖਾ ਤੇਰੇ ਚਰਨਾਂ ਨਾਲ ਫਿਰ ਇੱਕ ਸਵਾਲ ਉੱਠੇਗਾ। ਗੁਰੂ ਸਾਹਿਬ ਜੀ ਜਿਹੜੀ ਭਾਈ ਸਾਹਿਬ ਜੀ ਦੀ 10ਵੀਂ ਵਾਰ ਹੈ ਨਾ, ਉਹ ਪੁਰਾਣੇ ਸਤਯੁਗ ਦੇ ਭਗਤ, ਤ੍ਰੇਤੇ ਦੇ ਭਗਤ, ਦੁਆਪਰ ਦੇ, ਉਹਦੇ ਵਿੱਚ ਬਾਣੀਕਾਰ ਭਗਤਾਂ ਦਾ ਵੀ ਜ਼ਿਕਰ ਹੈ 10ਵੀਂ ਵਾਰ 'ਚ। ਉਹ ਜਿਹੜੀ ਸ਼ੁਰੂ ਹੁੰਦੀ ਹੈ, ਧਰੂਆ ਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਦਿੱਤਾ। ਸਿਰ ਮੈਂ ਇਹ ਨਹੀਂ ਕਿ ਕਹਾਣੀ ਸੁਣਾਉਣ ਲਈ, ਮੇਰੇ ਕਹਿਣ ਤੋਂ ਮਕਸਦ ਵੀ ਗੁਰਮਤ ਦਾ ਸਾਹਿਤ ਇਸ ਗੱਲ ਦੀ ਵਿਆਖਿਆ ਕਰ ਲਈ ਕਿ ਧਰਮ ਰਾਜ ਵੀ ਝੁਕ ਜਾਂਦਾ ਹੈ ਨਾਮ ਵਾਲੇ। ਉਹ ਇੱਕ ਪੌੜੀ ਆਉਂਦੀ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਅਰਥ ਅਸੀਂ ਕਰਨੇ ਨੇ। ਤੇ ਆਪ ਜੀ ਜਦੋਂ ਵੀ ਭਾਈ ਸਾਹਿਬ ਦੀ ਕੋਈ ਰਚਨਾ ਪੜ੍ਹੋ, ਪੌੜੀ ਪੜ੍ਹੋ, ਕਵਿਤ ਪੜ੍ਹੋ, ਉਤਲੀਆਂ ਉਦਾਹਰਨਾਂ ਨੇ। ਅਖੀਰਲੀ ਤੁਕ 'ਚ ਭਾਈ ਜੀ ਦੱਸਣਾ ਚਾਹੁੰਦੇ ਨੇ ਵੀ ਮੈਂ ਤੈਨੂੰ ਕਿਉਂ ਗੱਲ ਸੁਣਾਈ ਹੈ। ਫਿਰ ਬੇਨਤੀ ਹੈ, ਅਸੀਂ ਕਹਾਂਗੇ ਜੇ ਤਾਂ ਕਹਾਣੀ ਸ਼ੁਰੂ ਹੋ ਗਈ। ਉੱਥੇ ਭਾਈ ਸਾਹਿਬ ਬਚਨ ਕਰਦੇ ਆ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਦਾ ਸਭਾ ਸੁਖਵਾਸੀ। ਹੁਣ ਦੇਵ ਲੋਕ ਦੇ ਅਰਥ ਗੁਰਬਾਣੀ ਵਿੱਚ ਪਰਮਾਤਮਾ ਦਾ ਵੀ ਘਰ ਆਇਆ। ਆ ਗੁਰੂ ਰਾਮਦਾਸ ਦੇ ਪਿਆਨੇ ਤੇ ਭੱਟਾ ਨੇ ਕਿਹਾ, ਦੇਵਪੁਰੀ ਮੈਂ ਆਪ ਗਇਓ ਪਰਮੇਸ਼ਰ ਪਾਇਓ। ਹੁਣ ਉੱਥੇ ਹੈ, ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ। ਜੰਮਪੁਰ ਗਿਆ ਪੁਰਾ ਪੁਕਾਰ ਸੁਣ, ਵਿਲਾਵਣ ਜੀ ਨਰਕ ਨਿਵਾਸੀ। ਜੀਵ ਵਿਲਕਦੇ ਪਏ ਨੇ ਪਾੜੇ ਮਾੜੇ ਕਰਮ ਕਰਨ ਵਾਲੇ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ। ਜੰਮਪੁਰ ਗਿਆ ਪੁਕਾਰ ਸੁਣ, ਵਿਲਾਵਣ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖਿਓਸ, ਸਭਨਾਂ ਦੀ ਕਰ ਬੰਦ ਖਲਾਸੀ। ਕਿਸੇ ਕੋਲ ਜ਼ੋਰਤ ਹੈ ਜੀ, ਉਹ ਤੋਂ ਸਾਰੇ ਡਰਦੇ ਆ ਧਰਮ ਰਾਜ ਤੋਂ। ਉਹਨੂੰ ਕਹਿੰਦਾ ਛੱਡੇ ਨਾ ਸਾਰਿਆਂ ਨੂੰ। ਧਰਮ ਰਾਏ ਨੂੰ ਆਖਿਓਸ, ਸਭਨਾਂ ਦੀ ਕਰ ਬੰਦ ਖਲਾਸੀ। ਜਿਹੜਾ ਲੋਕਾਂ ਨੂੰ ਘੂਰਦਾ ਕਰੇ ਬੇਨਤੀ, ਧਰਮ ਰਾਏ ਹੋਂ ਠਾਕੁਰ ਸੇਵਕ, ਹੋਂ ਸੇਵਕ ਠਾਕੁਰ ਬਨਾਸ਼ੀ। ਕਹਿੰਦਾ ਭਗਤਾ, ਉਹ ਰੱਬ ਦੇ ਬਚਪਣ ਵਾਲਿਆ, ਮੈਂ ਤੈਨੂੰ ਹੱਥ ਜੋੜ ਕੇ ਦੇਸਾਂ, ਤੂੰ ਤਾਂ ਕਹਿ ਦਿੱਤਾ, ਆਰਡਰ ਕਰਤਾ, ਛੱਡ ਦੇ ਸਾਰੇ। ਹੁਣ ਇਹ ਸਾਖੀ ਤੋਂ ਇਹ ਗੱਲ ਆਪਾਂ ਲੈਣੀ ਕੀ ਹੈ? ਉਹਨ ਧਰਮ ਰਾਏ ਨੂੰ ਆਖਿਓ, ਸਭਨਾਂ ਦੀ ਕਰ ਬੰਦ ਖਲਾਸੀ। ਕਰੇ ਬੇਨਤੀ ਧਰਮ ਰਾਏ ਹੋਂ ਸੇਵਕ ਠਾਕੁਰ ਅਬਨਾਸ਼ੀ। ਮੈਂ ਰੱਬ ਦਾ ਸੇਵਕ ਹਾਂ, ਮੈਂ ਕਿਵੇਂ ਛੱਡ ਦਿਆਂ? ਜਨਕ ਕਹਿੰਦਾ ਹੱਦ ਹੋ ਗਈ, ਛੱਡੀਂਦੇ ਨਹੀਂ ਇਹ। ਉਹ ਕਹਿੰਦਾ ਕੋਈ ਨਾਮ ਜਪਣ ਵਾਲਾ ਵਿੱਚ ਗਵਾਹੀ ਦੇਦਾ। ਉਹਨੇ ਕਿਹਾ ਜਿੰਨਾ ਮੈਂ ਜਪਿਆ ਮੈਂ ਪਾਈਆ ਮੈਂ ਦਿੱਤਾ। ਪਾਸਕੂ ਜੀ, ਉੱਥੇ ਪਾਸਕੂ ਸ਼ਬਦ ਹੈ, ਮੈਂ ਦਿੱਤਾ। ਅੱਗੇ ਫਿਰ ਭਾਈ ਸਾਹਿਬ ਲਿਖਦੇ ਨੇ, ਗਹਿਣੇ ਧਰਿਓਨ ਏਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ। ਨਰਕੋ ਛੁੱਟੇ ਜੀ ਜੰਤ, ਸਾਰੇ ਜੀਵ ਜੰਤ ਜਿਹੜੇ ਨੇ ਨਰਕਾਂ ਤੋਂ ਛੁੱਟ ਗਏ। ਭਾਈ ਸਾਹਿਬ ਕਹਿੰਦੇ ਕੱਟੀ ਸਿਲ ਗਲੋ ਜਮ ਫਾਂਸੀ। ਅੱਗੇ ਭਾਈ ਸਾਹਿਬ ਕਹਿੰਦੇ ਨੇ ਮੇਰੀ ਗੱਲ ਸੁਣਿਓ, ਇਹ ਕਿਉਂ ਹੋਇਆ? ਮੁਕਤ ਜੁਗਤ ਨਾਮੈ ਕੀ ਦਾਸੀ। ਗੱਲ ਇਹ ਸਮਝਾਣੀ ਚਾਹਨਾ ਕਿ ਨਾਮ ਜਪਣ ਵਾਲੇ ਦਾ ਹੁਕਮ ਦਰਗਾਹਾਂ ਵਿੱਚ ਵੀ ਚੱਲਦਾ ਹੈ ਤੇ ਇੱਥੇ ਵੀ ਚੱਲਦਾ ਹੈ। ਇਸੇ ਨੂੰ ਬਾਬਾ ਜੀ ਨੇ ਕਿਹਾ ਜਾਂ ਕਾ ਕਹਿਆ, ਉਹਨੇ ਕਿਹਾ ਛੱਡ ਸਾਰੇ। ਦਰਗਾਹ ਹੀ ਹੈ ਨਾ, ਜਾਂ ਕਾ ਕਹਿਆ ਦਰਗਾਹ ਚੱਲੇ, ਸੋ ਕਿਸ ਕੋ ਨਦਰ ਲੈ ਆਵੇ ਤੱਲੇ। ਗੁਰੂ ਜੀ ਬਚਨ ਕਰ ਰਿਹਾ, ਉਹ ਥਾਂ ਵੀ ਪਵਿੱਤਰ ਹੋ ਜਾਏ ਜਿੱਥੇ ਦੋਜ਼ਖ ਤਪਦਾ ਬੰਦਗੀ ਵਾਲਾ, ਉਹਨੂੰ ਵੀ ਠਾਰ ਦਿੰਦਾ ਹੈ। ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇਂ ਕੀਤੋ ਭਵਨ ਪੁਨੀਤ। ਅਗਲਾ ਬਚਨ ਹੈ, ਖੁਬੜੀ
कुथाएं, मिठी, गलन, कुमंतरियां, ਇਹਦੇ अर्थ जरूरी सनखरी। खुबड़ी एक शब्द है खुबना, इथों बनाया खुबड़ी। खुबना पता है ना जी, धस जाना, वड़ जाना विच चिक्कड़ दे बंदा खुब गया। कुथाएं, थाएं शब्द है कुथाएं, कुथाएं का अर्थ है भैड़ी थां, माड़ी थां। खुबड़ी कुथाएं, मिठी, मिठी का सीधा अर्थ है जी मिठास। गलन, गल नहीं नाने नाल है जी, गलन, कुमंतरियां। हुण इत्थे गलन का अर्थ जिलन किया गया। उंज वैसे गलन का लफ्जी अर्थ ये वे गले विचों निकली हुई आवाज, धुनी। कुमंतरिया मंत्र हो गया। मंत्र का अर्थ सलाह भी हुंदा, याद रखियो। दुष्ट सभा मिल मंत्र पकाया, सलाह की। कुमंतरिया का अर्थ है भैड़े सलाहकार। सुनियो इस बेनती नूं। मिठी, खुबड़ी, कुथाएं, ये जीव इस्तरी, ये बंदा खुब गया भैड़ी थां दे उत्ते, गंदी थां दे उत्ते। ते महाराज कहते मिठी गलन कुमंतरिया। कुमंतरिया का अर्थ है भैड़ी अकल वाले, भैड़ियां सलाहां देण वाले, कुसंगी बंदे। मिठी गलन कहते ने रब का नाम कौड़ा लगदा, माड़े बंदियां दी गल्लां मिठियां लगदियां। ਇਹਦੇ अर्थ फिर सुनियो, बेनती आप अर्थ करने ने। जिन्हों बाबा जी ने कहा अमृत कौड़ा, वो इत्थे वे अमृत कौड़ा विख्या मीठी साकत की बिद नैनो डीठी। ये वो शब्द क्या है, जो हलाल सो पीवै बौरा, अमृत नाम जाने कर कौड़ा। इनू यूं कह लो कि बुरे काम को ऊठ खलोया, नाम की बेला मिठी गलन कुमंतरिया ही सलाह दी। नाम की बेला पै पै सोया। सतगुरु कहते ने खुबड़ी कुथाएं, मिठी गलन कुमंतरिया। अर्थदास फिर कर देंदा है, खुबड़ी कुथाएं, भैड़ी थां ते तेरी सुरत खुब गई। कई शब्द ऐसे ने जी, अज भी असी वाच रहे सां। एक बाबा साहब का शब्द है, फरीदा ए विश गंदलां धरियां खंड लिवाड़। एक बाबा जी शब्द हुंदा विलाड़, एक हुंदा लिवाड़। जोंदे लद्दे गाणवे गए विलाड़ विलाड़, इत्थे लिवाड़ है। लिवाड़ दा अर्थ लबेड़ के। धियां भैणां बीबियां बैठियां ने, याद प्रोफैसर ने साहब ने इस तरह अर्थ किए साहब सिंह भी ये संसारक पदार्थ जिहड़े ने ये विश विच लिपटियां होइयां गंदलां दी ने, अंदर वेशे बाहरों मिठियां ने। उंज वैसे कहा जाता है बाबा फरीद जी नूं, जो संप्रदायी अर्थ करते सन भी किसी वेशवा वाल इशारा किया, पर कईयां दे मन च है गए तो इस्तरी दी निंदिया। नहीं गुरमुखो, आप बाणी पढ़ दिओ। एक दिन असी प्रमाण दिता सी भी दोनों बीबियां ने निंदे क्यों पाए कबीर साहब दा, भी है गए वाहन शक्त का सगन कन, छत्रपति की नार तांस पटंतर ना पूजा खरजन की पनहार। उत्थे कहते कबीर निरप नारी क्यों निंदिया, औरत ही निंदिया, हर चेरी क्यों मान। बाबा जी कहते इस करके निंदना पिया वा, वो मांग सवारै बिखै को, वो सिमरै हर नाम। इत्थे याद रखियो फरीदा ये विश गंदलां, याद रखी वशई गंदलां दी तरह ने। चलो संखेप जे अर्थ करदे आं। खंड च लिपटे हुए चेहरे ने, वेखी खंड वेख के जाई ना नेड़े, यैर तेनू चढ़ देगा मर जाएगा। पर जदों भैड़े सलाह देंदे ने फिर की हुंदा है, खुबड़ी कुथाएं, फिर उस यैर नाल भरियां होइयां गंदलां नूं जिहड़ियां खंड नाल लिबड़ियां ने, भैड़ी सलाह वाले उत्थे खोब दिंदे आ। खुबड़ी कुथाएं, मिठी गलन कुमंतरिया, ਉਹਦੇ ਦਿੱਤੇ ਹੋਏ ਭੈੜੇ ਮੰਤਰ ਉੱਥੇ ਖੁੱਭ ਗਿਆ ਬੰਦਾ। ਪਰ ਗੁਰੂ ਸਾਹਿਬ ਅੱਗੇ ਬਚਨ ਕਰਦਿਆ, ਨਹੀਂ ਨਾਨਕ ਸਈ ਉਬਰੇ ਜਿਨ੍ਹਾਂ ਭਾਗ ਮਥਾਏ, ਜਿਨ੍ਹਾਂ ਦੇ ਮਸਤਕ ਦੇ ਭਾਗ ਨੇ ਉਹ ਇਸ ਜਲਨ ਚੋਂ, ਇਸ ਗੰਧ ਚੋਂ, ਇਸ ਚਿੱਕੜ ਚੋਂ ਵੀ ਨਿਕਲ ਗਏ। ਹੁਣ ਗੁਰੂ ਸਾਹਿਬ ਦੀ ਬਾਣੀ ਚੋਂ ਇੱਕ ਦੋ ਬੇਨਤੀਆਂ ਨੇ। ਇੱਕ ਤਾਂ ਆਪਾਂ ਪਾਠ ਕਰਨੇ ਆ, ਸੱਚੀ ਮੁੱਚੀ ਇਹ ਮਿੱਠਾ ਬੜਾ ਚੰਗਾ ਲੱਗਦਾ ਜੀ। ਇਹ ਪਦਾਰਥ ਵੀ ਕਹਿ ਲਓ, ਵਿਸ਼ਾ ਕਹਿ ਲਓ, ਜੋ ਮਰਜ਼ੀ ਕਹਿ ਲਓ। तो एक दिन मैं भाई साहब ने कहा, हूँ सारे डॉक्टर सानू भी कहते आप मिठा नहीं खाना, लून नहीं खाना, दोवें बीमारियां ने। तो मैं एक दिन पाठ करा तो बाबा जी की बाणी है, मिठा कौड़ा दोवें रोग। गुरु नानक साहब कहते लून भी ना ज़्यादा खाई, बीमारी लग जाएगी। मिठा कौड़ा दोवें रोग है। पर
ਜਦੋਂ ਬੰਦਾ ਉਸ ਨੂੰ ਮਾਣਦਾ ਹੈ, ਕੋਈ ਚੀਜ਼ ਹੈ, ਸੰਸਾਰਕ ਭੋਗ ਹੈ, ਇਹਨੂੰ ਕੇਵਲ ਇੱਕ ਵਿਸ਼ੇ ਨਾਲ ਜੋੜ ਕੇ ਨਹੀਂ ਦੇਖਣਾ। ਉਹ ਤਮਾ ਹੈ, ਲਾਲਚ ਹੈ, ਕ੍ਰੋਧ ਹੈ, ਜੋ ਵੀ ਹੈ, ਉਹ ਹੋਰ ਖਿੱਚੀ ਲੈ ਜਾਂਦਾ ਬੰਦੇ ਨੂੰ ਹੋਰ ਥੱਲੇ। ਪਹਿਲੀ ਗਲਤੀ, ਪਹਿਲੀ ਭੁੱਲ ਸੱਚ ਇਹ ਵੇ ਰਾਤ ਸੌਣ ਨਹੀਂ ਦਿੰਦੀ। ਵਾਰ-ਵਾਰ ਭੁੱਲ ਜਿਹੜੀ ਉਹ ਢੀਠ ਬਣਾ ਦਿੰਦੀ ਹੈ। ਪਹਿਲੀ ਮੈਲ ਕੱਪੜੇ ਨੂੰ ਚੰਗੀ ਨਹੀਂ ਲੱਗਦੀ। ਜਦੋਂ ਸਾਰਾ ਕੱਪੜਾ ਮੈਲਾ ਹੋ ਜਾਏ ਫਿਰ ਬੰਦਾ ਕੱਪੜੇ ਦਾ ਰੰਗ ਹੀ ਸਵੀਕਾਰ ਲੈਂਦਾ ਹੈ। ਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀਤੀ। ਉਹ ਕਹਿੰਦੇ ਨਹੀਂ, ਦੇਖ ਸੰਸਾਰ 'ਚ ਰਹਿਣਾ, ਹੁਣ ਆਪਾਂ ਕਹਾਂਗੇ ਤੇ ਫਿਰ ਇਹ ਤਾਂ ਪਰਿਵਾਰ ਗ੍ਰਸਤ ਆ, ਜੇ ਇਹ ਸਾਰੇ ਇਹ ਫੁਰਨੇ ਨਹੀਂ ਹੋਣਗੇ, ਜੇ ਮੰਨ ਲਓ ਤ੍ਰਿਸ਼ਨਾ ਨਹੀਂ, ਜਾਂ ਆਪਾਂ ਕੰਮ ਕੀ ਕਰਾਂਗੇ, ਜੇ ਖੰਗਤਾ ਨਹੀਂ ਤਾਂ ਕਿਵੇਂ ਵਿਚਰਾਂਗੇ। ਗੁਰੂ ਸਾਹਿਬ ਦਾ ਇੱਕ ਬਚਨ ਹੈ ਕਿ ਮੱਖੀ ਮਿੱਠੇ ਨੂੰ ਪਿਆਰ ਕਰਦੀ, ਪਰ ਜੇ ਮੱਖੀ ਗੁੜ ਦੀ ਭੇਲੀ ਤੇ ਬਹਿ ਕੇ, ਸਾਡੇ ਇਲਾਕੇ 'ਚ ਪੇਸੀ ਕਹਿੰਦੇ ਸਨ ਗੁੜ ਨੂੰ, ਕਈ ਥਾਂ ਤੇ ਭੇਲੀ ਕਹਿੰਦੇ ਆ। ਬਾਬਾ ਜੀ ਨੇ ਸ਼ਬਦ ਰੋੜੀ ਵਰਤਿਆ ਹੈ। ਗੁੜ ਦੀ ਭੇਲੀ ਤੇ ਬਹਿ ਜਾਏ ਤੇ ਗੁਲ ਹੋਵੇ ਸਲਾਬਿਆ, ਚਿਕਨਾਟ ਹੋਵੇ, ਮੱਖੀ ਪਹਿਲਾਂ ਬੰਦਿਆਂ ਸਰ ਕਹੇਗੀ ਬੜਾ ਸਵਾਦ ਆਇਆ ਜੀ, ਸੱਚੀ ਮੁੱਚੀ ਇਹਨਾਂ। ਫਿਰ ਕਹਿੰਦੀ ਨਹੀਂ ਨਹੀਂ ਹੁਣ ਉੱਡਣਾ ਕੋਈ ਨਹੀਂ, ਕਬਜ਼ਾ ਹੀ ਕਰਨਾ। ਮਹਾਰਾਜ ਕਹਿੰਦੇ ਨੂੰ ਰੱਜ ਗਈ, ਕਿੰਨਾ ਖਾ ਸਕਦੀ, ਹੁਣ ਉੱਡਣਾ ਚਾਹੁੰਦੀ ਏ। ਉਸ ਗੁੜ ਚੀੜੇ ਨੇ ਇੰਨੀ ਨਿੱਕੀਆਂ ਨਿੱਕੀਆਂ ਲੱਤਾਂ ਸਨ, ਇਹਨਾਂ ਕੁ ਵਿੱਚ ਧਸ ਗਈ। ਹੁਣ ਲੁੱਡਣਾ ਚਾਹੁੰਦੀ, ਉਹ ਉੱਡ ਨਹੀਂ ਸਕਦੀ। ਜਿਹੜਾ ਇਹਦੇ ਲਈ ਜ਼ਿੰਦਗੀ ਸੀ, ਮਿੱਠਾ ਜ਼ਿੰਦਗੀ ਸੀ ਇਹਦੀ, ਬਸ ਉਸੇ ਫਸ ਗਈ। ਚੇਤੇ ਰੱਖਿਓ, ਉਹੀ ਮਿੱਠਾ ਇਹਦੀ ਮੌਤ ਬਣ ਗਿਆ। ਮਹਾਰਾਜ ਕਹਿੰਦੇ ਨੇ ਇਹ ਪਦਾਰਥ ਗੁੜ ਦੀ ਰੋੜੀ, ਇਹ ਸ਼ਬਦ ਹੈ ਗਿੱਲੀ ਗਿੱਲੀ ਰੋਡੜੀ, ਖੁਬੜੀ ਕੁਥਾਏ, ਗਿੱਲੀ ਗਿੱਲੀ ਰੋਡੜੀ ਭੌਂਦੀ। ਭੌਂਦੀ ਦਾ ਅਰਥ ਮੱਖੀ, ਭੌਂਦੀ ਭਾਵ ਆਏ। ਇਹਦੇ ਅਰਥ ਕਰੀਏ ਸਾਡੇ ਅੰਦਰ ਦੀ ਸੁਰਤੀ ਭਟਕਣ ਵਾਲੀ ਪਦਾਰਥ ਗਿੱਲੀ ਰੋੜੀ। ਸਾਡੀ ਸੁਰਤ ਜਿਹੜੀ ਵਾਰ-ਵਾਰ ਭਟਕ ਕੇ ਉੱਥੇ ਗਿੱਲੀ ਗਿੱਲੀ ਰੋਡੜੀ ਭੌਂਦੀ ਭਾਵ ਆਏ। ਜੋ ਬੈਠੇ ਸੇ ਫਾਥਿਆ, ਜਿਹੜੇ ਬਹਿ ਗਏ ਫਸ ਗਏ। ਉਭਰੇ ਭਾਗ ਮਥਾਏ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਸਨ, ਚੱਖਿਆ ਤੇ ਉਡਾਰੀ ਮਾਰ ਕੇ ਭੱਜ ਗਏ। ਸੱਚ ਇਹ ਪਦਾਰਥ 'ਚ ਰਹੇ ਪਰ ਉਹਨਾਂ ਉੱਥੇ ਖੁੱਬੇ ਨਹੀਂ। ਇਸੇ ਨੂੰ ਬਾਬਾ ਜੀ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ ਕਿ ਪੰਕਜ ਮੋਹ ਆ ਖੁਬੜੀ ਕੁਥਾਏ, ਮਿੱਠੀ ਗਲਨ ਕੁਮੰਤਰੀਆਂ। ਮਹਾਰਾਜ ਕਹਿੰਦੇ ਨੇ ਪੰਕਜ ਮੋਹ, ਮੋਹ ਦਾ ਚਿੱਕੜ ਹੈ, ਪੱਗ ਨਹੀਂ ਚੱਲ ਹੈ, ਪੈਰ ਨਹੀਂ ਤੁਰਦੇ ਪਏ। ਹਮ ਦੇਖਾ ਖੁਬੜੀ ਖਤਾਏ, ਕਹਿੰਦੇ ਮੈਂ ਵੇਖਣਾ ਪਿਆ ਡੋਕੀ ਖੁੱਬ ਗਏ। ਹਮ ਦੇਖਾ ਤੈ ਡੂਬੀ ਅਲੇ। ਹੁਣ ਬਾਬਾ ਜੀ ਨੇ ਦਾ ਉੱਤਰ ਵੀ ਬਾਣੀ 'ਚ ਦਿੱਤਾ। ਇੱਥੇ ਕਿਹਾ ਵੀ ਡੁੱਬ ਗਿਆ, ਚਿੱਕੜ ਵਿੱਚ ਧਸ ਗਿਆ, ਪਰ ਇੱਕ ਸ਼ਲੋਕ ਪੜ੍ਹਿਓ, ਉਭਰੇ ਭਾਗ ਮਥਾਏ। ਮਹਾਰਾਜ ਕਹਿੰਦੇ ਆ ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ। ਆ ਜੇ ਨਾਮ ਦੀ ਬਖਸ਼ਿਸ਼। ਉਂਝ ਚਿੱਕੜ 'ਚ ਪੈਰ ਰੱਖੋ, ਚਿੱਕੜ ਲੈ ਗਿਆ ਥੱਲੇ ਖਿੱਚ ਗਿਆ। ਮਹਾਰਾਜ ਉੱਥੇ ਕਹਿੰਦੇ ਨੇ ਮੈਨੂੰ ਪਤਾ ਚਿੱਕੜ ਹੈ, ਮੈਨੂੰ ਪਤਾ ਇਹ ਡੋਬ ਦੇਗਾ, ਪਰ ਕਹਿੰਦੇ ਨੇ ਮੈਂ ਤੁਹਾਨੂੰ ਸੱਚ ਦੱਸਾਂ, ਜਿਹਨੂੰ ਚਿੱਕੜ ਤੇ ਪਾਣੀ ਦੀਆਂ ਛੱਲਾਂ ਕਹਿੰਦੇ ਆ, ਮੈਂ ਤੁਰਨਾ ਪਿਆ ਮੇਰੇ ਪੈਰ ਹੀ ਨਹੀਂ ਭਿੱਜਦੇ ਪਏ, ਡੁੱਬਣਾ ਕਿੱਥੇ ਮੈਂ। ਮਹਾਰਾਜ ਕਿਉਂ? ਕਹਿਣ ਲੱਗੇ ਮੇਰੇ ਸੀਨੇ ਵਿੱਚ ਮੇਰੇ ਮਹਿਬੂਬ ਦਾ ਨਾਮ ਟਿਕਿਆ ਹੈ, ਇਹਦੀ ਕੀ ਤਾਕਤ ਮੈਨੂੰ ਚਿੱਕੜ ਧਸ ਕੇ ਦਿਖਾਏ। ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਬੈ, ਮੰਝ ਮੁਹੱਬਤ ਤੇਰੀ ਤੈਂ ਸਹਿ ਚਰਨੀ ਮਹਿਡਾ ਹੀੜਾ ਸੀਤਮ। ਪਰਮਾਤਮਾ ਤੇਰੇ ਚਰਨਾਂ 'ਚ, ਤੇਰੇ ਨਾਮ 'ਚ ਮਹਿੰਡਾ ਹੀੜਾ ਮੇਰਾ ਹਿਰਦਾ ਸੀਤਾ ਗਿਆ ਹੈ। ਹਰ ਨਾਨਕ ਤੁਲਹਾ ਬੇੜੀ, ਤੇਰਾ ਨਾਮ ਹੀ ਤੁਲਾ ਹੈ, ਤੇਰਾ ਨਾਮ ਹੀ ਬੇਰੀ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਬਚੀ ਓਏ, ਇੱਕ ਵਾਰੀ ਬੁਰਤੀ, ਇੱਕ ਵਾਰੀ ਸੁਰਤ, ਕਿਤੇ ਕੁਥਾਂ ਡਿੱਗ ਪਈ, ਭੈੜਾ ਮੰਤਰ ਟਿਕਣ ਨਹੀਂ ਦੇਗਾ। ਕੁਬੜੀ ਖੁਬੜੀ ਕੁਥਾਏ, ਮਿੱਠੀ ਗਲਨ ਕੁਮੰਤਰੀਆ। ਮਹਾਰਾਜ ਕਹਿੰਦੇ ਨੇ ਨਾਨਕ ਸਹੀ ਉਬਰੇ ਜਿੰਨਾ ਭਾਗ ਮਥਾਏ। ਇਹਦਾ ਸਾਰਾ ਤੱਤ ਇਹ ਵੇ ਭਾਈ ਕਿ ਨਾਮ ਹੀ ਸਾਨੂੰ ਉੱਥੋਂ ਤੱਕ ਲੈ ਕੇ ਜਾਂਦਾ ਹੈ। ਇਹਨੂੰ ਗੁਰੂ ਜੀ ਨੂੰ ਪੁੱਛੀਏ ਮਹਾਰਾਜ ਕਿਵੇਂ? ਕਹਿਣ ਲੱਗੇ ਇੱਕ ਕੰਮ ਕਰ, ਜਿਸ ਵਖਰ ਕੋ ਤੂੰ ਜਿੱਤਣ ਆਇਆ ਨਾ ਬਾਜੀ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਵਮਾਨ ਲਿਖੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਲਾਦ ਖੇਪ ਜਨਮ ਪਦਾਰਥ ਜੀਤ, ਲਾਦ ਖੇਪ ਸੰਗਤੈ ਸੰਗਚਾਲ, ਅਵਰ ਤਿਆਗ ਭਿਖਿਆ ਜੰਜਾਲ। ਫਿਰ ਵੇਖੀ ਧਨ ਧਨ ਕਹਿ ਸਭ ਖੋਏ, ਮਖ ਮੁਖ ਉਜਲ
ਜਨਮ ਪਦਾਰਥ ਜੀਤ। ਮੁਖ ਉਜਲ ਹਰ ਦਰਗਹਿ ਸੋਏ, ਇਹ ਵਪਾਰ ਵਿਰਲਾ ਵਪਾਰ ਹੈ। ਜਨਮ ਪਦਾਰਥ ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਿਹਾਰੇ। ਇਸੇ ਨੂੰ ਬਾਬਾ ਜੀ ਨੇ ਕਿਹਾ ਵਣਜ ਕਰੋ ਵਣਜਾਰਿਓ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ। ਵਣਜ ਕਰੋ ਵਣਜਾਰਿਓ, ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ। ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸੰਭਾਲ, ਭਾਈ ਰੇ ਰਾਮ ਕਹੋ ਚਿਤ ਲਾਏ। ਹਰ ਜਸ ਵਖਰ ਲੈ ਚਲੋ ਜਨਮ ਪਦਾਰਥ ਜੀਤ, ਹਰ ਜਸ ਵਖਰ ਲੈ ਚਲੋ ਸ਼ੋ ਦੇਖੈ ਪਤਿਆਏ। ਇਸੇ ਨੂੰ ਬਾਬਾ ਜੀ ਨੇ ਕਿਹਾ ਫਿਰ ਰੇ ਰੇ ਦਰਗਹਿ ਕਹਿ ਨਾ ਕੋ। ਰੇ ਸ਼ਬਦ ਅਪਮਾਨਜਨਕ ਵੀ ਹੈ। ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸ਼ਬਦਿਓ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵੈ, ਕੀਤੋ ਭਵਨ ਪੁਨੀਤ। ਖੁਬੜੀ ਕੁਥਾਏ ਮਿੱਠੀ ਗਲਨ ਕੁਮੰਤਰੀਆ, ਨਾਨਕ ਸਈ ਉਬਰੇ ਜਿੰਨਾ ਭਾਗ ਮਥਾਹੇ। ਅਗਲੇ ਬਚਨ ਨੂੰ ਕੱਲ ਆਪਾਂ ਵਿਚਾਰਾਂਗੇ। ਸਾਧ ਸੰਗਤ ਆਪ ਦਾ ਧੰਨਵਾਦ। ਮੇਰੇ ਤੋਂ ਬੜੇ ਸ਼ਬਦ ਜਿਹੜੇ ਨੇ ਪੇਂਡੂ ਜਿਹਾ ਨਿਕਲਦੇ ਆ।